ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਵਾਹਿਗੁਰੂ ਸਾਹਿਬ ਜੀਓ ਸ਼੍ਰੀ ਗੁਰ ਹਰਿ ਗੰਗਾ ਖਰੀ ਨੰਦਨ ਕੋ ਹੀਰਾ ਝਲਕਤ ਨੇਤਰ ਵਿਸ਼ਾਲ ਜੁਗ ਜਲ ਭਰਿਓ ਕਨੇਰਾ ਸ਼੍ਰੀ ਗੁਰ ਹਰਿ ਗੰਗਾ ਖਰੀ ਨੰਦਨ ਕੋ ਹੀਰਾ ਝਲਕਤ ਨੇਤਰ ਵਿਸ਼ਾਲ ਜੁਗ ਜਲ ਭਰਿਓ ਕਨੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜ਼ਰਾ ਹਜੂਰ ਜਾਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਜਗ ਦਾਤੇ ਗੁਰੂ ਗਰੀਬ ਨਿਵਾਜ हे चल चौर छतर तख्त के मालिक 10 पातशाहियों जी दे पावन पवित्र स्वरूप
ਦਇਆ ਨਿਧ ਮਿਹਰਾਮਤਾਂ ਦਾ ਸਾਗਰ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸੱਜ ਰਹੇ ਸੰਧਿਆ ਸਮੇਂ ਦੇ ਦੀਵਾਨ ਅੰਦਰ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਣਿਆਂ ਨੇਤਰਾਂ ਨੂੰ ਸਫਲ ਬਣਾਇਆ ਹੈ। ਸਤਿਗੁਰਾਂ ਦੀ ਮਹਾਨ ਕਿਰਪਾ ਦੇ ਸਦਕਾ ਪਾਵਨ ਪਵਿੱਤਰ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਆਪਾਂ ਨਿਤਾ ਪ੍ਰਤੀ ਮਾਣਦੇ ਹਾਂ। ਪਿਛਲੇ ਸਮੇਂ ਤੋਂ ਚੱਲ ਰਹੀ ਗੁਰੂ ਦਰਬਾਰਾਂ ਅੰਦਰ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਅੰਮ੍ਰਿਤ ਰੂਪ ਗਾਥਾ, ਜਿਸ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਬਾਲ ਚੋਜ ਆਪਾਂ ਸ਼ਰਵਣ ਕਰ ਰਹੇ ਹਾਂ। ਪਿਛਲੇ ਦੀਵਾਨ ਵਿੱਚ ਜਥਾ ਪ੍ਰਸੰਗ ਆਪਾਂ ਸ਼ਰਵਣ ਕੀਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਸਾਰੇ ਸੰਸਾਰ ਦੀ ਕਲਿਆਣ ਕਰ ਰਹੇ ਅੰਮ੍ਰਿਤਸਰ ਵਿੱਚ ਵਾਸਾ ਕੀਤਾ, ਜਿਨ੍ਹਾਂ ਦੇ ਚਰਨੀ ਲੱਗ ਲੱਗ ਕੇ ਬੇਅੰਤ ਜੀਵਾਂ ਦਾ ਉਧਾਰ ਹੋ ਰਿਹਾ ਹੈ। ਇਹੋ ਜਿਹੇ ਸਤਿਗੁਰਾਂ ਦੇ ਨਾਲ ਜਿੱਥੇ ਸਾਰਾ ਸੰਸਾਰ ਪ੍ਰੇਮ ਕਰਦਾ ਹੈ, ਸਤਿਗੁਰਾਂ ਦੇ ਦਰੋਂ ਕਰੋਂ ਸੁਖ ਦੀ ਇੱਛਾ ਰੱਖਦਾ ਹੈ, ਉੱਥੇ ਮਹਾਰਾਜ ਦੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ, ਬੀਬੀ ਕਰਮੋਂ, ਉਹ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਮਾਤਾ ਗੰਗਾ ਸਾਹਿਬ ਜੀ ਦੇ ਨਾਲ ਬੇਅੰਤ ਈਰਖਾ ਕਰਦੇ ਹੈ। ਈਰਖਾ ਇੱਥੋਂ ਤੀਕਰ ਕਰਦੇ ਹੈ, ਗੱਲ ਸਾਰੀ ਇਹ ਹੈ ਵੀ ਗੁਰਿਆਈ ਸਾਡੇ ਹੱਥ ਆਵੇ, ਸਾਡੇ ਪੁੱਤਰ ਮਿਹਰਬਾਨ ਨੂੰ ਆਵੇ। ਬੀਬੀ ਕਰਮੋਂ ਦੀ ਖੋਟੀ ਸੋਚ ਪ੍ਰਿਥੀ ਚੰਦ ਨੂੰ ਵਾਰ-ਵਾਰ ਪ੍ਰੇਰਦੀ ਹੈ ਵੀ ਤੂੰ ਕਿਉਂ ਹਰਗੋਬਿੰਦ ਸਾਹਿਬ ਨੂੰ ਮਾਰਦਾ ਨਹੀਂ। ਤੇ ਪ੍ਰਿਥੀ ਚੰਦ ਨੇ ਆਖਿਆ ਕੋਈ ਗੱਲ ਨਹੀਂ, ਛੇਤੀ ਹੀ ਉਹ ਵੀ ਇੰਤਜ਼ਾਮ ਕੀਤਾ ਜਾਵੇਗਾ। ਇਹੋ ਜਿਹੀ ਵਿਚਾਰ ਬਣਾ ਕੇ ਸਾਧ ਸੰਗਤ ਜੀ, ਇਹਨਾਂ ਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਜੋ ਬ੍ਰਾਹਮਣ ਰਹਿੰਦਾ ਹੈ, ਧੰਨ ਧੰਨ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਮਹਾਰਾਜ ਦਾ ਖੜਾਵਾ ਹੈ, ਉਹਨੂੰ ਆਪਦੇ ਪਾਸ ਪ੍ਰਿਥੀ ਚੰਦ ਨੇ ਸੱਦਿਆ, ਬੁਲਾਇਆ, ਬੜਾ ਮਾਣ ਸਤਿਕਾਰ ਦਿੱਤਾ ਤੇ ਤਰੀਕੇ ਦੇ ਨਾਲ ਉਹਨੂੰ ਆਪਦੀ ਗੱਲ ਉਹਦੇ ਅੱਗੇ ਰੱਖੀ ਕਿ ਦੇਖ ਤੂੰ ਸਾਰਾ ਦਿਨ ਸੇਵਾ ਕਰਦਾ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਘਰ ਵਿੱਚ, ਤੇਰੀ ਮਿਹਨਤ ਬਹੁਤ ਹੈ, ਕੰਮ ਬਹੁਤ ਹੈ, ਮਾਇਆ ਤੈਨੂੰ ਥੋੜ੍ਹੀ ਮਿਲਦੀ ਹੈ, ਤੇਰਾ ਨਹੀਂ ਜੀ ਕਰਦਾ ਵੀ ਤੇਰੇ ਘਰ ਚੋਂ ਗਰੀਬੀ ਨਿਕਲੇ ਕਿ ਸਾਰੀ ਉਮਰ ਇਸ ਤਰ੍ਹਾਂ ਹੀ ਲੋਕਾਂ ਦੇ ਘਰਾਂ ਵਿੱਚ ਖੜਾਵਾ ਬਣ ਕੇ ਗੁਜ਼ਾਰਨੀ ਹੈ। ਉਹ ਕਹਿੰਦਾ ਮਹਾਰਾਜ ਜੀ ਕਿਹਦਾ ਨਹੀਂ ਕਰਦਾ, ਵੀ ਸਭ ਦਾ ਜੀ ਕਰਦਾ ਮੈਂ ਸੌਖਾ ਹੋਵਾਂ, ਚਾਹੇ ਗਰੀਬ ਹੈ ਚਾਹੇ ਕੋਈ ਰਾਜਾ ਹੈ, ਸੁੱਖ ਨੂੰ ਤਾਂ ਸਾਰੇ ਹੀ ਮੰਗਦੇ ਆ, ਕਿਹਨੂੰ ਨਹੀਂ ਸੁੱਖ ਚਾਹੀਦਾ, ਮਾਇਆ ਕਿਹਨੂੰ ਨਹੀਂ ਚਾਹੀਦੀ, ਸੁੱਖ ਸਹੂਲਤਾਂ ਸਾਰੇ ਲੋਚਦੇ ਆ, ਹੋਰ ਕੋਈ ਕੰਮ ਨਹੀਂ, ਇਸ ਕਰਕੇ ਮੈਂ ਖੜਾਵਾ ਬੱਚੇ ਨੂੰ ਪਰਚਾਉਣ ਵਾਸਤੇ ਮਹਾਰਾਜ ਦੇ ਘਰੇ ਰਹਿਣਾ, ਕਿਉਂਕਿ ਹੋਰ ਮੇਰੇ ਪਾਸ ਕੋਈ ਰੁਜ਼ਗਾਰ ਨਹੀਂ, ਇਹੀ ਮੇਰੀ ਰੋਜੀ ਰੋਟੀ, ਮੇਰੇ ਘਰ ਦਾ ਚੁੱਲ੍ਹਾ ਤਪਦਾ ਇਹਦੇ ਨਾਲ। ਪ੍ਰਿਥੀ ਚੰਦ ਕਹਿੰਦਾ ਹੈ ਕਿ ਇਸ ਤਰ੍ਹਾਂ ਬਈ ਬ੍ਰਾਹਮਣ, ਸਾਰੀ ਉਮਰ ਦਾ ਵਕਤ ਕਰਨ ਨਾਲੋਂ ਕੋਈ ਇਹੋ ਜਿਹਾ ਇੱਕ ਹੀ ਕੰਮ ਕਰ ਲੈ ਵੀ ਜਿਹਦੇ ਨਾਲ ਸਾਰੀ ਉਮਰ ਬਹਿ ਕੇ ਖਾ ਸਕੇ, ਤੈਨੂੰ ਦੁਬਾਰਾ ਹੱਥ ਨਾ ਹਿਲਾਉਣਾ ਪਵੇ, ਨਾ ਕਿਸੇ ਦੇ ਜਵਾਕ ਖਿਡਾਉਣੇ ਪੈਣ। ਕਹਿੰਦਾ ਮਹਾਰਾਜ ਦੱਸੋ ਕੀ ਕਰਾਂ। ਤੇ ਇਹ ਪ੍ਰਿਥੀ ਚੰਦ ਕਹਿੰਦਾ ਦੱਸ ਮੈਂ ਦੇਣਾ, ਕੰਮ ਤਾਂ ਸੌਖਾ ਹੀ ਤੇਰੇ ਵਾਸਤੇ, ਉਹ ਕੰਮ ਕਰਨ ਦੇ ਨਾਲ ਤੂੰ ਵੀ ਸੌਖਾ ਹੋ ਜਾਵੇਂਗਾ, ਮੈਂ ਵੀ ਸੌਖਾ ਹੋ ਜਾਵਾਂਗਾ। ਤੇ ਉਹ ਕੰਮ ਵਾਸਤੇ ਤੈਨੂੰ 500 ਰੁਪਈਆ ਮੈਂ ਦੇਵਾਂਗਾ।
ਇਹ ਬ੍ਰਾਹਮਣ ਪੁੱਛਦਾ ਹੈ ਵੀ 500 ਰੁਪਈਆ ਦੇਣਾ ਜਿਸ ਕੰਮ ਵਾਸਤੇ, ਕੰਮ ਕੀ ਹੈ? ਪ੍ਰਿਥੀ ਚੰਦ ਕਹਿੰਦਾ, ਬ੍ਰਾਹਮਣ ਜੀ ਦੱਸ ਦੇਣਾ, ਜੰਝੂ ਦੀ ਸਹੁੰ ਖਾਓ ਪਹਿਲਾਂ ਵੀ ਤੁਸੀਂ ਇਹ ਗੱਲ ਕਿਸੇ ਕੋਲ ਨਹੀਂ ਕਰੋਗੇ। ਬ੍ਰਾਹਮਣ ਨੇ ਜੰਝੂ ਦੀ ਸਹੁੰ ਖਾਧੀ ਵੀ ਇਹ ਗੱਲ ਆਪਣੇ ਵਿੱਚ ਰਹੇਗੀ। ਤੇ ਪ੍ਰਿਥੀ ਚੰਦ ਵੀ ਕਹਿੰਦਾ, ਮੈਨੂੰ ਵੀ ਸਹੁੰ ਹੈ ਬ੍ਰਾਹਮਣ ਜੀ ਤੇਰੇ ਜੰਝੂ ਦੀ, ਮੇਰਾ ਕੰਮ ਹੋਣ ਤੋਂ ਬਾਅਦ ਜਿਹੜਾ ਮੈਂ ਤੈਨੂੰ 500 ਰੁਪਈਆ ਜ਼ਰੂਰ ਦੇਵਾਂਗਾ। ਬ੍ਰਾਹਮਣ ਕਹਿੰਦਾ, ਮਹਾਰਾਜ ਹੁਣ ਕੰਮ ਦੱਸੋ। ਕਹਿੰਦਾ, ਕੰਮ ਇਹ ਹੈ ਵੀ ਮੇਰੇ ਭਰਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ ਨੂੰ ਜ਼ਹਿਰ ਦੇਣਾ। ਇਹ ਤੂੰ ਕੰਮ ਕਰ ਸਕਦਾ ਕਿਉਂਕਿ ਤੂੰ ਗੁਰੂ ਹਰਗੋਬਿੰਦ ਸਾਹਿਬ ਦਾ ਖਿਡਾਵਾ ਹੈ, ਸਾਰਾ ਦਿਨ ਉਹਨਾਂ ਦੇ ਮਹਿਲਾਂ ਵਿੱਚ ਰਹਿਣਾ ਹੈ, ਉਹਨਾਂ ਨੂੰ ਖਿਡਾਉਂਦਾ ਹੈ। ਤੇਰੇ ਕੋਲ ਬੜਾ ਸਮਾਂ, ਬੜੇ ਮੌਕੇ ਹੋਣਗੇ ਜਦੋਂ ਮਰਜ਼ੀ ਕੁਝ ਖਾਂਦਿਆਂ ਪੀਂਦਿਆਂ ਵਿੱਚ ਜ਼ਹਿਰ ਪਾ ਕਰਕੇ ਦੇ ਦੇਵੇਂ। ਮੈਂ ਵੀ ਸੌਖਾ, ਤੂੰ ਵੀ ਸੌਖਾ। ਇਸ ਤਰ੍ਹਾਂ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੇ ਵਿੱਚ ਸੇਵਾ ਕਰਨ ਵਾਲਾ ਹੈ ਬ੍ਰਾਹਮਣ। ਮਾਇਆ ਦੇ ਵਸ ਆ ਕਰਕੇ ਇਹਦਾ ਮਨ ਫਿਰਿਆ ਤੇ ਪਾਪ ਕਮਾਉਣ ਲਈ ਹਾਂ ਕੀਤੀ। ਪ੍ਰਿਥੀ ਚੰਦ ਤੋਂ ਜ਼ਹਿਰ ਦੀ ਪੁੜੀ ਲੈ ਕਰਕੇ, ਜ਼ਹਿਰ ਦੀ ਡਲੀ ਲੈ ਕਰਕੇ ਪੱਗ ਵਿੱਚ ਰੱਖੀ। ਅੱਧੀ ਰਾਤ ਨੂੰ ਉੱਠ ਕਰਕੇ ਤੇ ਪੱਥਰ ਦੇ ਨਾਲ ਡਲੀ ਨੂੰ ਮਹੀਨ ਕੀਤਾ, ਬਰੀਕ ਕੀਤਾ, ਫਿਰ ਪੁੜੀ ਬਣਾ ਕੇ ਪੱਗ ਵਿੱਚ ਟੰਗ ਲਈ। ਅਗਲਾ ਦਿਨ ਚੜ੍ਹਿਆ, ਸਾਰੇ ਉੱਠੇ ਜਾਗੇ, ਇਸ਼ਨਾਨ ਪਾਣ ਕੀਤਾ। ਹੁਣ ਇਹਦੇ ਮਨ ਵਿੱਚ ਇਹ ਪਾਪ ਹੈ ਵੀ ਕਿਹੜਾ ਸਮਾਂ ਹੋਵੇ ਵੀ ਮੈਂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇਵਾਂ। ਸਮਾਂ ਜਿਹਾ ਬਚਾ ਕੇ ਤੇ ਤੜਕੇ ਹੀ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹਨੇ ਕੁੱਛੜ ਚੁੱਕ ਲਿਆ। ਤੇ ਹਰਗੋਬਿੰਦ ਸਾਹਿਬ ਮਹਾਰਾਜ ਦੀ ਉਮਰ ਸਾਧ ਸੰਗਤ ਜੀ ਕੋ 5 ਵਰ੍ਹਿਆਂ ਦੇ ਕਰੀਬ ਸੀ ਉਦੋਂ। ਕਦਾੜੇ ਚੁੱਕ ਕਰਕੇ ਖਿਡਾਉਂਦਾ ਖਿਡਾਉਂਦਾ ਪਾਪੀ ਬ੍ਰਾਹਮਣ ਸਾਹਿਬਜ਼ਾਦੇ ਨੂੰ ਚੁਬਾਰੇ ਵਿੱਚ ਲੈ ਕੇ ਗਿਆ। ਉੱਥੇ ਲਿਜਾ ਕੇ ਦਹੀਂ ਦੀ ਕਟੋਰੀ ਹੱਥ ਵਿੱਚ ਫੜੀ ਤੇ ਤਰੀਕੇ ਨਾਲ ਅੱਖ ਜੀ ਬਚਾ ਕੇ ਦਹੀਂ ਦੇ ਵਿੱਚ ਜ਼ਹਿਰ ਚੰਗੀ ਤਰ੍ਹਾਂ ਮਿਲਾ ਦਿੱਤਾ ਤੇ ਸਾਹਿਬਜ਼ਾਦੇ ਨੂੰ ਚਮਚੇ ਨਾਲ ਦਹੀਂ ਖਵਾਉਂਦਾ, ਕਦੇ ਕਟੋਰੀ ਮੂੰਹ ਨੂੰ ਲਾਉਂਦਾ ਚਾਂਦੀ ਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਉਮਰ ਚਾਹੇ ਛੋਟੀ ਹੈ ਸਰੀਰ ਕਰਕੇ, ਪਰ ਜੋਤ ਉਹੀ ਹੈ ਨਾ ਜਿਹੜੀ ਅਕਾਲੀ ਜੋਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਿੱਚ ਵਰਤ ਰਹੀ ਹੈ। ਸਰੂਪ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਹੀ 6ਵਾਂ ਹੈ। ਤੇ ਜਾਣ ਗਏ ਵੀ ਬ੍ਰਾਹਮਣ ਸਾਡੇ ਨਾਲ ਕਪਟ ਕਮਾਉਣ ਨੂੰ ਫਿਰਦਾ, ਇਹ ਸਾਨੂੰ ਜ਼ਹਿਰ ਦੇਣ ਨੂੰ ਫਿਰਦਾ। ਜਦੋਂ ਬ੍ਰਾਹਮਣ ਮੂੰਹ ਨੂੰ ਕਟੋਰੀ ਲਾਉਂਦੇ ਹੈ ਦਹੀਂ ਦੀ ਭਰੀ ਜ਼ਹਿਰ ਵਾਲੀ, ਤੇ ਹਰਗੋਬਿੰਦ ਸਾਹਿਬ ਮੂੰਹ ਘੁਮਾ ਲੈਂਦੇ ਆ। ਇਹ ਫਿਰ ਦੂਜੇ ਪਾਸੇ ਲਾਉਂਦਾ ਹੈ, ਉਹ ਦੂਜੇ ਪਾਸੇ ਮੁੱਖ ਕਰ ਲੈਂਦੇ ਆ। ਬੜਾ ਦੁਖੀ ਹੋਇਆ ਵੀ ਇਹ ਜ਼ਹਿਰ ਨਹੀਂ, ਦਹੀਂ ਨਹੀਂ ਖਾਂਦੇ। ਆਖਦਾ ਵੀ ਸਾਹਿਬਜ਼ਾਦੇ ਦਹੀਂ ਖਾ ਲੈ, ਜਿਵੇਂ ਬੱਚਿਆਂ ਨੂੰ ਦਬਕੇ ਮਾਰੀ ਦੇ ਨੇ ਤਾਂ ਆਖਿਆ ਹਊਆ ਆ ਜਾਵੇਗਾ, ਤੈਨੂੰ ਫੜ ਕੇ ਲੈ ਜਾਵੇਗਾ, ਜਿਵੇਂ ਆਪਾਂ ਕਹਿ ਦੇਣਾ ਜੋਗੀ ਆ ਜਾਵੇਗਾ। ਇਸ ਤਰ੍ਹਾਂ ਦੇ ਬਚਨ ਡਰਾਉਣ ਵਾਸਤੇ ਕਹਿੰਦਾ ਹੈ। ਹਰਗੋਬਿੰਦ ਸਾਹਿਬ ਨਹੀਂ ਮੂੰਹ ਖੋਲ੍ਹਦੇ, ਧੌਣ ਜੀ ਘੁਮਾ ਲੈਂਦੇ ਆ, ਕਦੇ ਮੁੱਖ ਇੱਕ ਪਾਸੇ ਕਰ ਲੈਂਦੇ, ਕਦੇ ਦੂਜੇ ਪਾਸੇ। ਬ੍ਰਾਹਮਣ ਨੇ ਸਾਧ ਸੰਗਤ ਦੀ ਪਾਪ ਕਮਾਉਣ ਵਾਸਤੇ ਸਾਹਿਬਜ਼ਾਦੇ ਦੇ ਦੋਵੇਂ ਹੱਥ ਚੰਗੀ ਤਰ੍ਹਾਂ ਨੂੜ ਕੇ ਦਬਾ ਕੇ ਫੜ ਲਏ ਝੋਲੀ 'ਚ ਇਕੱਠੇ ਕਰਕੇ, ਤੇ ਇੱਕ ਹੱਥ ਨਾਲ ਕਟੋਰੀ ਧੱਕੇ ਨਾਲ ਮੂੰਹ ਨੂੰ ਲਾਉਂਦਾ। ਜਦੋਂ ਨਾ ਹੀ ਹਟਿਆ, ਇਸ ਤਰ੍ਹਾਂ ਧੱਕਾ ਕਰਦਾ ਦਹੀਂ ਖਵਾਉਣ ਵਾਸਤੇ, ਤੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਉੱਚੀ ਆਵਾਜ਼ ਵਿੱਚ ਫਿਰ ਚਿੰਗਾਰ ਮਾਰੀ, ਉੱਚੀ ਚੀਖ ਮਾਰੀ। ਇਹ ਬ੍ਰਾਹਮਣ ਨੇ ਜਾਣਿਆ ਹੁਣ ਮੇਰਾ ਪਰਦਾ ਖੁੱਲ੍ਹੇਗਾ। ਜਦੋਂ ਚੀਖ ਮਾਰਨ ਵਾਸਤੇ, ਰੋਣ ਵਾਸਤੇ ਹਰਗੋਬਿੰਦ ਸਾਹਿਬ ਮੁੱਖ ਖੋਲ੍ਹਦੇ ਆ, ਮੂੰਹ ਵਿੱਚ ਜ਼ਹਿਰ ਪਾਉਣ ਦੀ ਕੋਸ਼ਿਸ਼ ਕਰਦਾ, ਫਿਰ ਸਾਹਿਬਜ਼ਾਦਾ ਮੁੱਖ ਬੰਦ ਕਰ ਲੈਂਦੇ। ਇਸ ਤਰ੍ਹਾਂ ਸਮਾਂ ਬੀਤਦਾ ਇੰਨੀ ਉੱਚੀ ਹਰਗੋਬਿੰਦ ਸਾਹਿਬ ਜੀ ਰੋ ਰਹੇ ਆ, ਉਹ ਆਵਾਜ਼ ਮਾਤਾ ਗੰਗਾ ਜੀ ਦੇ ਕੰਨੀ ਪਈ। ਦੌੜਦੇ ਹੋਏ ਧੰਨ ਮਾਤਾ ਗੰਗਾ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਪਹੁੰਚੇ। ਆਖਿਆ, ਹੇ ਪਤੀ ਪਰਮੇਸ਼ਰ ਸਤਿਗੁਰੂ ਜੀ, ਸਾਹਿਬਜ਼ਾਦੇ ਭਲਾ ਕਿੱਥੇ ਹੈ? ਮਹਾਰਾਜ ਕਹਿੰਦੇ, ਪਤਨੀ ਗੰਗਾ ਸਵੇਰ ਦਾ ਬ੍ਰਾਹਮਣ ਲਈ ਫਿਰਦਾ, ਉਹਨਾਂ ਦੇ ਨਾਲ ਖੇਡ ਰਹੇ, ਕਿਉਂਕਿ ਅੱਗੇ ਵੀ ਉਹ ਬ੍ਰਾਹਮਣ ਹੀ ਮਹਾਰਾਜ ਨੂੰ ਖੜਾ ਲੈਂਦਾ ਸੀ। ਬੇਈਮਾਨ ਤਾਂ ਪ੍ਰਿਥੀ ਚੰਦ ਦੇ 500 ਰੁਪਈਏ ਕਰਕੇ ਹੋਇਆ ਨਾ।
ਬੜੇ ਸਮੇਂ ਤੋਂ ਮਹਾਰਾਜ ਦੇ ਘਰ ਰਹਿੰਦਾ ਸੀ ਇਹ। ਮਾਤਾ ਗੰਗਾ ਜੀ ਨੇ ਆਖਿਆ, ਸਾਹਿਬਜ਼ਾਦੇ ਰੋਣ ਦੀ ਆਵਾਜ਼ ਆ ਰਹੀ ਹੈ, ਪਤਾ ਕਰੋ ਵੀ ਕੀ ਗੱਲ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਸਿੱਖ ਭੇਜਿਆ। ਚੁਬਾਰੇ 'ਤੇ ਸੀ ਬ੍ਰਾਹਮਣ ਮਹਾਰਾਜ ਨੂੰ ਲੈ ਕੇ ਚੜ੍ਹਿਆ ਹੋਇਆ ਸਾਹਿਬਜ਼ਾਦੇ ਨੂੰ। ਸਿੱਖ ਨੇ ਜਾ ਕੇ ਵੇਖਿਆ ਤੇ ਬ੍ਰਾਹਮਣ ਧੱਕੇ ਨਾਲ ਜ਼ਹਿਰ ਪਿਆਉਂਦਾ ਸੀ। ਸਿੱਖ ਨੂੰ ਵੇਖ ਕੇ ਫਿਰ ਢਿੱਲਾ ਜਾ ਪੈ ਗਿਆ। ਕਹਿੰਦਾ, ਲੈ ਪੀਂਦਾ ਕਿਉਂ ਨਹੀਂ ਭਾਈ, ਤੂੰ ਦਹੀਂ ਰੋਜ਼ ਮੇਥੋਂ ਖਾਨਾ, ਅੱਜ ਫੇਰ ਛਕ ਲੈ। ਉਹ ਸਿੱਖ ਕਹਿੰਦਾ, ਭਾਈ ਬ੍ਰਾਹਮਣਾ ਕਿਉਂ ਬੱਚੇ ਨੂੰ ਰਵਾ ਰਿਹਾ ਤੂੰ, ਕਿਉਂ ਲਹੂ ਪੀਤਾ, ਕੀ ਗੱਲ ਹੈ ਤੈਨੂੰ? ਔਖਾ ਜਿਹਾ ਬੋਲਿਆ ਸਿੱਖ। ਕਹਿੰਦਾ, ਮੈਨੂੰ ਤਾਂ ਕੋਈ ਦਿੱਕਤ ਨਹੀਂ, ਮੈਂ ਦਹੀਂ ਛਕਾ ਰਿਹਾ, ਰੋਜ਼ ਹੀ ਛਕਾਉਣਾ ਮੈਂ ਤਾਂ। ਤੇ ਜਦੋਂ ਦਹੀਂ ਛਕਾਉਣਾ ਇਹ ਛਕਦੇ ਨਹੀਂ, ਦਬਕਾ ਮਾਰਿਆ ਰੋਣ ਲੱਗ ਜਾਂਦੇ ਆ। ਇਹ ਕਹਿ ਕੇ ਤੇ ਫਿਰ ਕੌਲੀ ਮੂੰਹ ਨੂੰ ਲਾ ਦਿੱਤੀ ਸਤਿਗੁਰਾਂ ਦੇ। ਮਹਾਰਾਜ ਨੇ ਮੁੱਖ ਮੀਟ ਲਿਆ ਤੇ ਰੋਣ ਲੱਗ ਗਏ। ਤੇ ਬ੍ਰਾਹਮਣ ਕਹਿੰਦਾ, ਲੈ ਵੇਖ ਲਾ ਸਿੱਖਾ, ਐਂ ਕਰਦੇ ਆ। ਉਹ ਸਿੱਖ ਨੇ ਆ ਕੇ ਸਤਿਗੁਰਾਂ ਨੂੰ ਦੱਸਿਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਕੀ ਛੁਪਿਆ। ਮਹਾਰਾਜ ਕਹਿੰਦੇ, ਕੋਈ ਨਾ, ਉਹ ਬ੍ਰਾਹਮਣ ਨੂੰ ਆਖੋ ਅਸੀਂ ਦਹੀਂ ਛਕਾ ਦੇਣੇ, ਸਾਹਿਬਜ਼ਾਦੇ ਨੂੰ ਜੇ ਜਿੱਦ ਕਰਦੇ ਆ। ਥੱਲੇ ਲੈ ਆਓ, ਬ੍ਰਾਹਮਣ ਨੂੰ ਵੀ ਦਹੀਂ ਵੀ ਲੈ ਆਓ ਤੇ ਸਾਹਿਬਜ਼ਾਦਾ ਵੀ ਲੈ ਆਓ। ਇਸ ਤਰ੍ਹਾਂ ਬ੍ਰਾਹਮਣ ਡਰਦਾ ਹੋਇਆ ਤੇ ਸਿੱਖ ਦੇ ਨਾਲ ਸਾਹਿਬਜ਼ਾਦੇ ਨੂੰ ਚੁੱਕ ਕੇ ਹੇਠਾਂ ਮਹਾਰਾਜ ਦੇ ਸਿੰਘਾਸਣ ਕੋਲ ਲੈ ਆਇਆ। ਇਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸੁਣਿਆ। ਅੱਗੇ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਬ੍ਰਾਹਮਣ ਦਾ ਪਰਦਾ ਜ਼ਾਹਰ ਕੀਤਾ, ਸਾਰਿਆਂ ਨੂੰ ਵਿਖਾਇਆ ਵੀ ਇਹ ਪਾਪੀ ਸਾਡੇ ਸਾਹਿਬਜ਼ਾਦੇ ਨੂੰ ਜ਼ਹਿਰ ਦੇ ਕੇ ਮਾਰਨ ਵਾਸਤੇ ਆਇਆ ਹੈ। ਕੁੱਤੇ ਨੂੰ ਜ਼ਹਿਰ ਪਾ ਕੇ ਮਹਾਰਾਜ ਨੇ ਉਹਦੀ ਜੂਨ ਸੁਧਾਰਨਾ ਕੀਤੀ। ਕੁੱਤੇ ਨੂੰ ਮਹਾਰਾਜ ਨੇ, ਸਤਿਗੁਰਾਂ ਨੇ ਸਵਰਗ ਨੂੰ, ਸੱਚਖੰਡ ਨੂੰ ਤੋਰਿਆ। ਉਹ ਸਾਰਾ ਪ੍ਰਸੰਗ ਆ ਰਿਹਾ, ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਿਰਦੇ ਵਸਾਓ ਜੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਗੁਰ ਅਰ ਗੰਗਾ ਖਰੀ। ਤੋ ਇਸ ਤਰ੍ਹਾਂ ਬ੍ਰਾਹਮਣ ਜਦੋਂ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਨੂੰ ਉਠਾ ਕੇ ਚੁਬਾਰੇ ਤੋਂ ਥੱਲੇ ਲੈ ਆਇਆ, ਆਉਂਦਿਆਂ ਨੂੰ ਕੀ ਵੇਖਦਾ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸਿੰਘਾਸਣ 'ਤੇ ਬੈਠੇ ਹੈ। ਉਹਨਾਂ ਦੇ ਲਾਗੇ ਹਰਗੋਬਿੰਦ ਸਾਹਿਬ ਦੇ ਮਾਤਾ ਧੰਨ ਮਾਤਾ ਗੰਗਾ ਜੀ ਖੜੇ ਹਨ। ਨੰਦਨ ਕੋ ਹੇਰਾ। ਤੇ ਸਤਿਗੁਰਾਂ ਨੇ ਔਰ ਮਾਤਾ ਜੀ ਨੇ ਰੋਂਦੇ ਹੋਏ ਹਰਗੋਬਿੰਦ ਸਾਹਿਬ ਨੂੰ ਵੇਖਿਆ ਹੈ। ਝਲਕਤ ਨੇਤਰ ਵਿਸ਼ਾਲ ਜੁਗ। ਤੇ ਜੁਗ ਦੋਵੇਂ ਜਿਹੜੇ ਨੇਤਰ ਹੈ ਉਹ ਬੜਾ ਹੀ ਭਾਰੀ ਹੀ। ਜਲ ਭਰਿਓ ਕਨੇਰਾ। ਉਹਦਾ ਨੇਤਰਾਂ ਵਿੱਚ ਜਲ ਝਲਕਦਾ ਤੇ ਬਹੁਤ ਭਰਿਆ ਹੋਇਆ ਹੈ। ਦੋਵੇਂ ਨੇਤਰ ਹਰਗੋਬਿੰਦ ਸਾਹਿਬ ਦੇ ਪਾਣੀ ਨਾਲ, ਕੁਝ ਪਾਣੀ ਡੁੱਲਦਾ ਹੈ ਤੇ ਨੇਤਰਾਂ ਵਿੱਚ ਪਾਣੀ ਚਮਕਦਾ ਹੈ। ਮੁਖ ਵਿਆਕੁਲ ਕੁਛ ਅਧਰ ਸੋ। ਤੇ ਬੜਾ ਵਿਆਕੁਲ ਜੇ ਹੈ ਹਰਗੋਬਿੰਦ ਸਾਹਿਬ, ਬੜੇ ਦੁਖੀ ਜੇ ਹੋ ਰਹੇ ਹੈ। ਤੇ ਕੁਛ ਅਦਰ ਸੋਂ, ਤੇ ਜਿਹੜੇ ਅਦਰ ਨਾਮ ਬੁੱਲਾਂ ਦਾ ਹਰਗੋਬਿੰਦ ਸਾਹਿਬ ਮਹਾਰਾਜ ਦੇ ਬੁੱਲਾਂ ਦੇ ਨਾਲ ਦਧ ਲਾਗ ਰਹਿਓ ਹੈ। ਦਹੀਂ ਲੱਗਿਆ ਹੋਇਆ। ਬ੍ਰਾਹਮਣ ਧੱਕਾ ਜੂ ਕਰਦਾ ਸੀ, ਦਹੀਂ ਪਿਆਉਂਦਾ ਸੀ ਤੇ ਉਹ ਮਹਾਰਾਜ ਮੂੰਹ ਮੀਟ ਲੈਂਦੇ ਸੀ ਜ਼ਹਿਰ ਵਾਲਾ ਦਹੀਂ ਜਾਣਦੇ ਹੋਏ। ਤੇ ਹਰਗੋਬਿੰਦ ਸਾਹਿਬ ਦੇ ਫਿਰ ਉਹ ਜਿਵੇਂ ਬੱਚਿਆਂ ਦੇ ਡੁੱਲ ਜਾਂਦਾ ਮੂੰਹ, ਸਾਰਾ ਦਹੀਂ ਨਾਲ ਲਿਬੜਿਆ ਹੋਇਆ। ਮਾਤਾ ਗੰਗਾ ਜੀਆਂ ਜਦੋਂ ਵੇਖਿਆ ਹੈ, ਸੁਬਕਤ ਰੋਦਤ ਅਧਿਕ ਹੀ। ਤੇ ਵੇਖਿਆ ਵੀ ਹੌਕੇ ਜੇ ਭਰਦੇ ਆ, ਡੁਸਕਾਰੇ ਜੇ ਮਾਰਦੇ ਆ ਹਰਗੋਬਿੰਦ ਸਾਹਿਬ। ਤੇ ਬਹੁਤਾ ਜਿਵੇਂ ਜਵਾਕ ਰੋਂਦਾ, ਰੋ ਰੋ ਕੇ ਚੁੱਪ ਕੀਤਾ, ਨੇਤਰ ਜੇ ਲਾਲ ਹੋਏ ਹੋਏ ਹਨ। ਬਹੁ ਕਸ਼ਟ ਲਹਿਓ ਹੈ। ਮਾਤਾ ਗੰਗਾ ਜੀਆਂ ਜਾਣਿਆ ਵੀ ਸਾਡੇ ਹਰਗੋਬਿੰਦ ਸਾਹਿਬ ਨੂੰ ਬਹੁਤ ਦੁੱਖ ਦਿੱਤਾ ਜਾ ਰਿਹਾ ਬ੍ਰਾਹਮਣ ਵੱਲੋਂ। ਪਿਤ ਕੀ ਦਿਸ਼ਾ ਵਿਲੋਕ ਤੇ। ਇੱਧਰ ਹਰਗੋਬਿੰਦ ਸਾਹਿਬ ਜੀ ਇਹਨਾਂ ਨੇ ਆਪਣੇ ਪਿਤਾ ਅਰਜੁਨ ਦੇਵ, ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਦੇ ਵੱਲ ਵੇਖਿਆ ਹੈ। ਅਜਮਤ ਤੇ ਜਾਨੋ। ਤੇ ਮਨ ਜਿਵੇਂ ਹੁਣ ਹੈ ਤਾਂ ਬੱਚੇ ਆ ਨਾ, ਕਿਰਿਆ ਬੱਚਿਆਂ ਵਾਲੀ ਆ ਹਰਗੋਬਿੰਦ ਸਾਹਿਬ ਮਹਾਰਾਜ ਦੀ। ਤੇ ਨੇਤਰ ਭਰ ਜੇ ਕੇ ਤਰਲੇ ਜੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਵੱਲ ਵੇਖਿਆ। ਜਾਨੋ ਐਂ ਜਣਾਇਆ ਵੀ ਇਹ ਪਿਤਾ ਜੀ ਆਪ ਜਾਨੀ ਜਾਣੋ, ਤੇ ਬਾਹਮਣ ਦਾ ਪਾਪ ਜਿਹੜਾ ਨਾ ਸਾਨੂੰ ਦਹੀਂ ਖਵਾਉਣ ਨੂੰ ਫਿਰਦਾ ਜ਼ਹਿਰ ਵਾਲਾ, ਕਿਰਪਾ ਕਰਕੇ ਮਹਾਰਾਜ ਆਪ ਇਹਦਾ ਪਾਪ
ਆਪਦੀ ਅਜ਼ਮਤ ਤੋਂ ਹੀ ਜਾਣ ਲਓ, ਭਾਵ ਆਪਦੇ ਬਲ ਸ਼ਕਤੀ ਨਾਲ ਜਾਣਨਾ ਕਰੋ। ਦੁਸ਼ਟ ਵਿਪਰ ਵੇਖ ਦੇਤ ਹੈ। ਕਿਉਂਕਿ ਇਹ ਦੁਸ਼ਟ ਬ੍ਰਾਹਮਣ ਸਾਨੂੰ ਤੜਕੇ ਦਾ ਪਿੱਛੇ ਪਿਆ ਹੋਇਆ ਦਹੀਂ ਜ਼ਹਿਰ ਵਾਲਾ ਖਵਾਉਂਦਾ ਫਿਰਦਾ ਹੈ। ਸਮਝਾਵਤ ਮਾਨੋ। ਮਾਨੋ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਅੱਖਾਂ 'ਚ ਪਾਣੀ ਭਰ ਕੇ ਆਪਦੇ ਸਮਝਾਉਂਦੇ ਹੋਣ ਵੀ ਪਿਤਾ ਜੀ ਜਾਨੋ, ਇਹ ਬਾਹਮਣ ਦੀ ਨੀਤ ਸਹੀ ਨਹੀਂ ਹੈ, ਇਹ ਕਪਟੀ ਬ੍ਰਾਹਮਣ ਸਾਨੂੰ ਜ਼ਹਿਰ ਦੇਣ ਨੂੰ ਫਿਰਦਾ ਹੈ। ਪਕਰ ਬਿਖੈ ਮਨ ਗੰਗ ਕੋ। ਤੇ ਮਾਤਾ ਗੰਗਾ ਜੀ ਜਿਹੜੇ ਹੈ, ਇਹਨਾਂ ਦਾ ਮਨ ਜਿਹੜਾ ਨਾ ਉਹ ਪਕੜ ਵਿੱਚ ਆਇਆ, ਭਾਵ ਵੀ ਸੋਚਾਂ ਵਿੱਚ ਪਿਆ ਹੋਇਆ ਵੀ ਅੱਗੇ ਨਹੀਂ ਕਦੀ ਐ ਹੋਇਆ ਹੈ। ਕੁਛ ਕਾਰਨ ਭਾਰੀ। ਤੇ ਜਾਣਿਆ ਮਨ ਵਿੱਚ ਵੀ ਦਾਲ 'ਚ ਜ਼ਰੂਰ ਕੋਈ ਕਾਲਾ ਹੈ, ਵੀ ਇਸ ਤਰ੍ਹਾਂ ਸਾਹਿਬਜ਼ਾਦੇ ਅੱਗੇ ਕਰਦੇ ਨਹੀਂ, ਕੋਈ ਵੱਡਾ ਹੀ ਸੰਕਟ ਆਇਆ ਹੋਇਆ ਹੈ, ਬਹੁਤੇ ਦੁਖੀ ਲੱਗਦੇ ਹੈ। ਇਸ ਪ੍ਰਕਾਰ ਖੋਟੋ ਰੁਦਨ। ਵੀ ਇੰਨਾ ਭੈੜਾ ਜੀ ਆਵਾਜ਼ ਵਿੱਚ ਰੋਣ, ਵੀ ਬਹੁਤੇ ਤਰਲੇ ਜੇ ਕਰਕੇ, ਜਿਵੇਂ ਬੜੀਆਂ ਕੂਕਾਂ ਬੱਚਾ ਲੇਰਾਂ ਜੀਆਂ ਮਾਰਦਾ, ਵੀ ਇਸ ਤਰ੍ਹਾਂ ਦਾ ਜਿਹੜਾ ਭੈੜਾ ਜਿਹਾ ਰੋਣ ਕਰਨਾ ਹੈ। ਨਹਿ ਕੀਨ ਅਗਾਰੀ। ਜਿਉਂ ਜੰਮੇ ਐ ਸਾਹਿਬਜ਼ਾਦੇ ਅੱਜ ਤੀਕਰ ਨਹੀਂ ਕੀਤਾ। ਸੀਤਲਾ ਹੋਣ ਕਰਕੇ ਬੜੇ ਦੁਖੀ ਵੀ ਰਹੇ ਹੈ, ਪਰ ਸਾਹਿਬਜ਼ਾਦੇ ਨੇ ਕਦੇ ਇੰਨਾ ਰੋਏ ਨਹੀਂ ਅੱਜ ਤੱਕ, ਇੰਨੀ ਭੈੜੀ ਜੀ ਆਵਾਜ਼ ਕੱਢ ਕੇ ਨਹੀਂ ਰੋਏ ਹਨ ਹੁਣ ਤੀਕਰ। ਸ਼੍ਰੀ ਅਰਜਨ ਸਭ ਜਾਣ ਕੈ। ਇਧਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਜਾਣ ਹੀ ਗਏ ਸਾਰਾ ਕੁਝ, ਸੱਚੇ ਪਾਤਸ਼ਾਹ ਦੀ ਸਭ ਜਾਣਦਿਆਂ ਹੋਇਆਂ। ਬੂਝਿਓ ਦਿਜ ਤਾਈ। ਤੇ ਮਹਾਰਾਜ ਜਾਣਦੇ ਹੋਏ ਵੀ ਇੱਕ ਵਾਰੀ ਮੌਕਾ ਦੇ ਰਿਹਾ ਵੀ ਸ਼ਾਇਦ ਬ੍ਰਾਹਮਣ ਨੂੰ ਮੱਤ ਆ ਜੇ। ਤੇ ਮਹਾਰਾਜ ਨੇ ਬ੍ਰਾਹਮਣ ਨੂੰ ਪੁੱਛਿਆ ਹੈ, ਕਿਉਂ ਨਹਿ ਪੀਵਤ ਦਧੀ ਕੋ। ਮਹਾਰਾਜ ਕਹਿੰਦੇ ਬ੍ਰਾਹਮਣ ਜੀ ਕਿਉਂ ਨਹੀਂ ਪੀਂਦੇ ਸਾਹਿਬਜ਼ਾਦੇ ਦਹੀਂ ਨੂੰ, ਦਹੀਂ ਕਿਉਂ ਛਕਦੇ ਨਹੀਂ ਹਨ। ਬਾਲਕ ਰੁਦਨਾਈ। ਤੇ ਕਿਉਂ ਸਾਡੇ ਬਾਲਕ ਰੋ ਰਹੇ ਹਨ ਤੜਕੇ ਦੇ। ਵਿਪਰ ਭਣਿਓ ਨਿਤ ਪੀਵਤ ਜਿਮ। ਤੇ ਬ੍ਰਾਹਮਣ ਚਲਾਕ ਕਹਿੰਦਾ ਹੈ, ਮਹਾਰਾਜ ਪਤਾ ਨਹੀਂ ਕੀ ਗੱਲ ਹੈ, ਪਰ ਜਿਵੇਂ ਰੋਜ਼ ਹੀ ਦਹੀਂ ਪੀਂਦੇ ਆ ਨਾ, ਦਹੀਂ ਛਕਦੇ ਮੈਂ ਛਕਾਉਂਦਾ ਹਾਂ। ਤੇ ਮੈਂ ਆਜ ਪਿਲਾਵਾ। ਉਸੇ ਤਰ੍ਹਾਂ ਵੀ ਆਖੀਦਾ ਰੋਜ਼ ਹੀ ਮਹਾਰਾਜ ਮੈਂ ਦਹੀਂ ਛਕਾਉਣਾ, ਤੇ ਅੱਜ ਫੇਰ ਜਿਵੇਂ ਅੱਗੇ ਦਹੀਂ ਛਕਾਈਦਾ ਅੱਜ ਉਵੇਂ ਹੀ ਮੈਂ ਖਵਾ ਰਿਹਾ ਸਾਂ। ਕਰਤ ਹਟਾਵਣ ਹਾਥ ਤੇ। ਪਰ ਪਤਾ ਨਹੀਂ ਕੀ ਗੱਲ ਹੈ, ਜਦੋਂ ਮੈਂ ਕਟੋਰੀ ਜੀ ਮੂੰਹ ਨੂੰ ਲਾਉਣਾ ਸਾਹਿਬਜ਼ਾਦੇ ਦੇ, ਤੇ ਹੱਥ ਜਿਹਾ ਕੱਢ ਕੇ ਲਾ ਕੇ ਤਲੀ ਜੀ ਕਟੋਰੀ ਨੂੰ ਪਾਸੇ ਕਰ ਦਿੰਦੇ ਆ। ਜਬ ਮੁਖ ਟਿਗ ਲਿਆਵਾ। ਤੇ ਜਦੋਂ ਹੀ ਮੈਂ ਮੂੰਹ ਦੇ ਲਾਗੇ ਇਹ ਕਟੋਰੀ ਲਿਆਉਂਦਾ ਹਾਂ, ਮੁਖ ਫੇਰਤ ਨਹਿ ਸਮਖ ਹੋਵੈ। ਕਦੇ ਮੂੰਹ ਫੇਰ ਲੈਂਦੇ ਆ, ਆਪਦਾ ਮੂੰਹ ਦਹੀਂ ਵਾਲੇ ਕਟੋਰੇ ਦੇ ਅੱਗੇ ਨਹੀਂ ਕਰਦੇ ਹਨ। ਮੈਂ ਕਹਿ ਡਰ ਪਾਇਓ। ਤੇ ਮੈਂ ਕਹਿ ਕੇ ਹੰਭ ਗਿਆ। ਜਦੋਂ ਨਾ ਹੀ ਇਹਨਾਂ ਨੇ ਦਹੀਂ ਛਕਿਆ ਤੇ ਮਹਾਰਾਜ ਫਿਰ ਮੈਂ ਦਬਕਾ ਜਾ ਮਾਰਿਆ, ਥੋੜਾ ਜਿਹਾ ਝਿੜਕ ਦਿੱਤਾ ਸੀ। ਰੁਦਨ ਪੁਕਾਰ ਅਚਾਨਕ। ਤੇ ਬਸ ਝਿੜਕ ਜੀ ਮੇਰੀ ਸੁਣ ਕੇ ਤੇ ਬੋਲਦਾ ਤਾਂ ਝੂਠ ਪਿਆ, ਝਿੜਕਿਆ ਕਿੱਥੇ, ਬਾਹਾਂ ਮਰੋੜ ਕੇ ਮਹਾਰਾਜ ਨੂੰ ਦਹੀਂ ਛਕਾਉਂਦਾ ਸੀ। ਤੇ ਕਹਿੰਦਾ ਮਹਾਰਾਜ ਮੈਂ ਤਾਂ ਝਿੜਕ ਮਾਰੀ, ਤੇ ਝਿੜਕ ਮਾਰਦਿਆਂ ਸਾਰੀ ਹਰਗੋਬਿੰਦ ਸਾਹਿਬ ਜੀ ਰੋਣ ਲੱਗ ਪਏ ਅਚਾਨਕ ਹੀ। ਕਿਮ ਨਹੀਂ ਲਖਾਇਓ। ਮੈਂ ਜਾਣਦਾ ਨਹੀਂ ਮਹਾਰਾਜ ਵੀ ਪਤਾ ਨਹੀਂ ਕਿਉਂ ਇਹ ਰੋਈ ਜਾਂਦੇ ਆ, ਦਹੀਂ ਤਾਂ ਅੱਗੇ ਹੀ ਰੋਜ਼ ਛਕਦੇ ਆ, ਅੱਜ ਪਤਾ ਨਹੀਂ ਕੀ ਗੱਲ ਸਵੇਰ ਦੇ ਰੋ ਰਹੇ ਹਨ। ਭਣਿਓ ਗੁਰੂ ਨੇ ਸੁਣ ਸਕਲ। ਇਹਦੀ ਸਾਰਾ ਝੂਠ ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਾਨੀ ਜਾਣ ਹੈ, ਸਤਿਗੁਰਾਂ ਨੇ ਆਖਿਆ ਵੈ ਅਬ ਨਿਕਟ ਹਮਾਰੀ। ਮਹਾਰਾਜ ਕਹਿੰਦੇ ਬ੍ਰਾਹਮਣ ਜੀ ਇਸ ਤਰ੍ਹਾਂ ਕਰੋ, ਜੇ ਨਹੀਂ ਨਾ ਦਹੀਂ ਛਕਦੇ ਲਿਆਓ ਸਾਨੂੰ ਫੜਾਓ, ਸਾਡੇ ਪਾਸ ਬਿਠਾ ਦਿਓ ਸਾਹਿਬਜ਼ਾਦੇ ਨੂੰ। ਦਧੀ ਪਿਲਾ ਬਹੁ ਸਹਿਜ ਸੋ। ਤੇ ਲਓ ਤੁਸੀਂ ਹੁਣ ਪਿਆਓ ਜਾਂ ਅਸੀਂ ਖੁਦ ਪਿਲਾ ਦਿੰਨੇ ਦਹੀਂ। ਜਰਾ ਸਹਿਜ ਦੇ ਨਾਲ, ਭਾਵ ਧੀਰਜ ਨਾਲ, ਧੱਕਾ ਨਹੀਂ, ਪ੍ਰੇਮ ਨਾਲ ਦਹੀਂ ਪਿਲਾ ਕੇ ਵੇਖੋ ਸਾਡੇ ਕੋਲ ਹੀ। ਹੋਏ ਸਿਸ ਅਨੁਸਾਰੀ। ਇਹ ਬੱਚੇ ਦੇ ਅਨੁਸਾਰ ਹੀ ਹੋ ਕੇ ਖਵਾਓ ਨਾ, ਪਿਆਓ ਦਹੀਂ ਇਹਨਾਂ ਨੂੰ, ਭਾਵ ਵੀ ਜਿਵੇਂ ਹਰਗੋਬਿੰਦ ਸਾਹਿਬ ਕਹਿੰਦੇ ਆ ਉਸ ਤਰ੍ਹਾਂ ਪ੍ਰੇਮ ਦੇ ਨਾਲ ਇਹਨਾਂ ਨੂੰ ਦਹੀਂ ਛਕਾ ਦਿਓ ਜੀ। ਇਮ ਸ਼੍ਰੀ ਗੁਰ ਕੋ ਬਾਕ ਸੁਨ। ਤੇ ਇਹ ਬ੍ਰਾਹਮਣ ਪਾਪੀ ਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਜਦੋਂ ਸੁਣੇ ਹਨ, ਦਿਜ ਔਰ ਹੋਰ ਖਾਇਓ। ਤੇ ਢਿੱਡੋਂ ਹੱਸਦਾ, ਬੜਾ ਖੁਸ਼ ਹੁੰਦਾ ਹੈ। ਦੇਵਾ ਬਿਖ ਇਨ ਦੇਖ ਤੇ। ਇਹ ਮਨ ਚ ਸੋਚਦਾ ਲੈ ਬਣ ਗਈ ਗੱਲ, ਜ਼ਹਿਰ ਤਾਂ ਮੈਂ ਦੇਣਾ ਹੀ ਸੀ ਹਰਗੋਬਿੰਦ ਸਾਹਿਬ ਨੂੰ, ਕਿੱਥੇ ਚਬਾਰੇ ਚ ਚੋਰੀ ਦਿੰਦਾ ਸੀ, ਲੈ ਹੁਣ
ਵੇਖ ਲੈ ਗੁਰੂ ਅਰਜਨ ਦੇਵ ਸਾਹਿਬ, ਮੈਂ ਹੁਣ ਤੁਹਾਡੇ ਸਾਹਮਣੇ ਤੁਹਾਡੇ ਪੁੱਤ ਨੂੰ ਜ਼ਹਿਰ ਦੇਵਾਂਗਾ। ਅਵਸਰ ਸ਼ੁਭ ਪਾਇਓ। ਬੜਾ ਸੋਹਣਾ ਮੌਕਾ ਤੁਸੀਂ ਆਪ ਹੀ ਮੈਨੂੰ ਦੇ ਦਿੱਤਾ। ਹੂੰ ਤਾਂ ਮੈਂ ਚਬਾਰੇ 'ਚ ਚੋਰੀ ਜ਼ਹਿਰ ਦਿੰਦਾ ਸੀ ਧੱਕੇ ਨਾਲ ਦਹੀਂ 'ਚ ਪਾ ਕੇ, ਤੇ ਹੁਣ ਤੁਸੀਂ ਆਪ ਹੀ ਕਹਿ ਦਿੱਤਾ ਵੀ ਸਾਡੇ ਸਾਹਮਣੇ ਖਵਾਓ ਖਾ ਇਹਨਾਂ ਨੂੰ। ਕਿਉਂ ਰੋਂਦੇ ਆ? ਹੁਣ ਵੇਖੀਏ ਵੀ ਹੁਣ ਵੀ ਰੋਂਦੇ ਆ। ਤੇ ਬ੍ਰਾਹਮਣ ਕਹਿੰਦਾ ਲਓ ਆਪ ਹੀ ਮੌਕਾ ਦੇ ਦਿੱਤਾ, ਵੇਖੋ ਹੁਣ ਮਹਾਰਾਜ ਮੈਂ ਤੁਹਾਡੇ ਸਾਹਮਣੇ ਤੁਹਾਡੇ ਇਕਲੌਤੇ ਸਾਹਿਬਜ਼ਾਦੇ ਨੂੰ ਜ਼ਹਿਰ ਦੇ ਕੇ ਮਾਰਾਂਗਾ। ਕਪਟ ਨ ਮੇਰੋ ਅਬਲਖ ਤੇ ਹੈ। ਹੁਣ ਮੇਰਾ ਧੋਖਾ ਵੀ ਨਹੀਂ ਜਾਣਿਆ ਜਾਣਾ, ਕਿਸੇ ਨੂੰ ਪਤਾ ਨਹੀਂ ਲੱਗਣਾ, ਕਿਉਂਕਿ ਸਾਰਿਆਂ ਦੇ ਸਾਹਮਣੇ ਹਾਂ। ਸ਼ੁਭ ਕਾਰਜ ਹੋਵਾ। ਤੇ ਮੇਰਾ ਚੰਗਾ ਜਿਹੜੇ ਕੰਮ ਨੂੰ ਮੈਂ ਆਇਆ ਉਹ ਮੇਰਾ ਕੰਮ ਹੁਣ ਹੋ ਜਾਵੇਗਾ। ਜਾਣਹਿਗੇ ਮ੍ਰਿਤ ਸੂਲ ਤੇ ਤੇ। ਸਾਰੇ ਜਾਣਨਗੇ ਵੀ ਹਰਗੋਬਿੰਦ ਸਾਹਿਬ ਤਾਂ ਕੋਈ ਸੂਲ ਪੀੜਾ ਉੱਠਣ ਕਰਕੇ ਮਰੇ ਹਨ। ਦਧ ਸਭ ਨੇ ਜੋਵਾ। ਕਿਉਂਕਿ ਦਹੀਂ ਤਾਂ ਹੁਣ ਸਾਰਿਆਂ ਦੇ ਸਾਹਮਣੇ ਹੀ ਦੇਣ ਲੱਗਾ ਨਾ। ਸਭ ਨੇ ਆਖਣਾ ਵੀ ਦਹੀਂ ਦੇਣਾ ਹੁੰਦਾ, ਬ੍ਰਾਹਮਣ ਨੇ ਜ਼ਹਿਰ ਵਾਲਾ ਤੇ ਚੋਰੀ ਦਿੰਦਾ। ਇਸ ਲਈ ਹੁਣ ਮੈਂ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਦਹੀਂ ਪਿਲਾਵਾਂਗਾ, ਕਿਸੇ ਨੂੰ ਮੇਰੇ ਪਾਪ ਦਾ ਪਤਾ ਨਹੀਂ ਲੱਗੇਗਾ। ਤਬ ਧੀਰਜ ਧਰ ਦਧੀ ਕੋ। ਤੇ ਇਸ ਤਰ੍ਹਾਂ ਮਨ 'ਚ ਸੋਚਦਾ ਹੋਇਆ ਬ੍ਰਾਹਮਣ ਧੀਰਜ ਦਾ ਧਾਰਦਾ ਹੋਇਆ ਦਹੀਂ ਦੀ ਕਟੋਰੀ ਪਕੜ ਕੇ ਮੁਖ ਕੇ ਟਿਗ ਟੋਵਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੱਚੇ ਦੇ ਮੁਖ ਵੱਲ ਨੂੰ ਕਰਦਾ, ਸਾਹਿਬਜ਼ਾਦੇ ਦੇ ਮੂੰਹ ਨੂੰ ਲਾਈ ਕਟੋਰੀ ਜਦੇ। ਪੀ ਵਹਿ ਕੋ ਅਬ ਅੰਮ੍ਰਿਤ ਤੇ ਹੋਏ। ਮਨ 'ਚ ਸੋਚਿਆ ਲੈ ਹੁਣ ਪਿਤਾ ਆਪਣੇ ਦੇ ਸਾਹਮਣੇ ਹਰਗੋਬਿੰਦ ਸਾਹਿਬ ਪੀਣਗੇ ਦਹੀਂ ਛਕਣਗੇ ਤੇ ਮੌਤ ਹੋ ਜਾਵੇਗੀ। ਡਰ ਉਰ ਤੇ ਖੋਵਾ। ਤੇ ਮੈਨੂੰ ਅੱਜ ਕੋਈ ਡਰ ਨਹੀਂ ਹੈ, ਮੇਰਾ ਅੱਜ ਪੜਦਾ ਜ਼ਾਹਰ ਨਹੀਂ ਹੋਵੇਗਾ, ਪਾਪ ਮੇਰਾ ਛੁਪ ਜਾਵੇਗਾ। ਪ੍ਰੀਕੁਟੀ ਕੋਟਲ ਚੜਾਏ ਕਰ। ਤੋ ਕਵੀ ਜੀ ਕਹਿੰਦੇ ਜਦੋਂ ਇਹ ਬ੍ਰਾਹਮਣ ਨੇ ਉਹ ਚਾਂਦੀ ਦਾ ਬਾਟਾ ਜਾਂ ਕਟੋਰਾ ਮੂੰਹ ਨੂੰ ਲਾਇਆ ਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਤਿਗੁਰੂ ਸਾਹਿਬਜ਼ਾਦਿਆਂ ਦੇ, ਤੇ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੀ ਸੇਲੀ ਪਰਵੱਟੇ ਟੇਢੇ ਜੇ ਕਰਕੇ ਵੇਖਿਆ ਬ੍ਰਾਹਮਣ ਵੱਲ। ਦ੍ਰਿਗ ਕਰੂਰ ਦਿਖਾਏ। ਤੇ ਬ੍ਰਾਹਮਣ ਨੂੰ ਲਾਲ ਜੀਆਂ ਨੇਤਰ ਆਨੇ ਜੇ ਕੱਢ ਕੇ ਹਜ਼ੂਰ ਨੇ ਵਿਖਾਏ ਹਨ। ਹਟ ਕਿਉ ਬਾਸਣ ਹਾਥ ਤੇ। ਤੇ ਨਾਲੇ ਭੈੜਾ ਜਿਹਾ ਵੇਖਿਆ ਹਰਗੋਬਿੰਦ ਸਾਹਿਬ ਨੇ ਤੇ ਆਪਣਾ ਹੱਥ ਮਾਰ ਕੇ ਉਹਦਾ ਬਾਟਾ ਜਿਹਾ ਪਰਾਂ ਨੂੰ ਕਰ ਦਿੱਤਾ ਹੈ। ਰਿਸ ਕੁਛ ਉਪਜਾਏ। ਤੇ ਬੜਾ ਗੁੱਸੇ ਨਾਲ ਭੈੜਾ ਭੈੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਜੇ 5 ਵਰਿਆਂ ਦੀ ਉਮਰ ਹੈ ਤੇ ਬਹੁਤ ਭੈੜਾ ਜਿਹਾ ਨਿਗਾਹ ਨਾਲ ਜਿਹੜੀ ਹੈ ਨਾ ਕਰੂਰ ਦ੍ਰਿਸ਼ਟੀ ਨਾਲ, ਕਰੜੇ ਜੇ ਨੇਤਰ ਦ੍ਰਿਸ਼ਟੀ ਨਾਲ ਮਹਾਰਾਜ ਬ੍ਰਾਹਮਣ ਵੱਲ ਵੇਖਦੇ ਅੱਖਾਂ ਦੀਆਂ ਚੜਾ ਕੇ, ਤੇ ਨਾਲੇ ਮਹਾਰਾਜ ਨੇ ਹੱਥ ਨਾਲ ਬਾਟਾ ਪਰਾਂ ਕਰ ਦਿੱਤਾ ਹੈ। ਹਰ ਗੋਬਿੰਦ ਜਬ ਇਮ ਕਰੀ। ਜਦੋਂ ਹਰਗੋਬਿੰਦ ਸਾਹਿਬਜ਼ਾਦੇ ਨੇ ਇਸ ਤਰ੍ਹਾਂ ਕੀਤਾ ਹੈ, ਸ਼੍ਰੀ ਅਰਜਨ ਜਾਨੀ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਜਾਣਗੇ ਵੀ ਗੱਲ ਤਾਂ ਜ਼ਰੂਰ ਕੋਈ ਹੈ, ਵੀ ਸਾਡੇ ਸਾਹਮਣੇ ਤਾਂ ਦਹੀਂ ਛਕ ਹੀ ਲੈਣਾ ਸੀ ਨਾ, ਸਾਡੇ ਪੁੱਤਰ ਨੇ ਸਾਡਾ ਆਖਾਂ ਮੰਨਣਾ ਸੀ। ਕਪਟ ਦਧੀ ਮਹਿ ਕੁਛ ਕਰਿਓ। ਵੀ ਜ਼ਰੂਰ ਇਹ ਪਾਪੀ ਬ੍ਰਾਹਮਣ ਨੇ ਧੋਖੇ ਨਾਲ ਦਹੀਂ ਵਿੱਚ ਕੁਝ ਕੀਤਾ ਹੋਇਆ, ਕੁਝ ਮਲਾਇਆ ਖਵਾਇਆ ਹੈ। ਤੇਜ ਦੁਰਮਤ ਠਾਨੀ। ਕਿਉਂਕਿ ਹੁਣ ਦਿਸਦਾ ਮਹਾਰਾਜ ਕਹਿੰਦੇ ਜਾਪਦਾ ਵੀ ਬ੍ਰਾਹਮਣ ਨੇ ਭੈੜੀ ਮਤ ਧਾਰੀ ਹੋਈ ਹੈ, ਇਹਦੇ ਮਨ ਵਿੱਚ ਪਾਪ ਆਇਆ ਹੋਇਆ ਹੈ। ਲੈ ਕਰ ਆਪਣੀ ਗੋਦ ਮਹਿ। ਮਹਾਰਾਜ ਨੇ ਬਾਂਹ ਫੜ ਕੇ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਗੋਦੀ 'ਚ ਬਿਠਾ ਲਿਆ, ਆਪਣੇ ਝੋਲੀ ਵਿੱਚ ਮਹਾਰਾਜ ਨੂੰ ਬਿਠਾਉਣ ਤੇ ਦ੍ਰਿਗ ਪਹੁੰਚਤ ਦੇ ਪਿਆਰ ਕੋ। ਤੇ ਬੜਾ ਪਿਆਰ ਜਿਹਾ ਕੀਤਾ ਵੀ ਨਾ ਸਾਹਿਬਜ਼ਾਦੇ ਰੋਣਾ ਕਾਹਤੇ ਹੈ। ਤੇ ਮਹਾਰਾਜ ਨੇ ਹਰਗੋਬਿੰਦ ਸਾਹਿਬ ਦੇ ਨੇਤਰ ਦੇ ਵਿੱਚੋਂ ਵਗਦਾ ਪਾਣੀ ਪੂੰਝਿਆ ਸਰੋਪੇ ਨਾਲ। ਮੁਖ ਮਧੁਰ ਅਲਾਇਓ। ਤੇ ਮੁਖੋਂ ਮਿੱਠਾ ਮਿੱਠਾ ਬੋਲਿਆ, ਭਾਵ ਬੱਚੇ ਨੂੰ ਵਰਾਇਆ ਹੈ, ਵਰਾਉਣਾ ਕੀਤਾ ਹੈ। ਦਿਜ ਕਰ ਤੇ ਦਧ ਕਰ ਲਈ। ਤੇ ਬ੍ਰਾਹਮਣ ਦੇ ਹੱਥ ਚੋਂ ਸਤਿਗੁਰਾਂ ਨੇ ਉਹ ਚਾਂਦੀ ਦੀ ਕਟੋਰੀ ਜ਼ਹਿਰ ਵਾਲੇ ਭਰੇ ਦਹੀਂ ਦੀ ਮਹਾਰਾਜ ਨੇ ਆਪ ਪਕੜ ਲਈ ਹੈ। ਲਈ ਪਿਆਵਨ ਪੁਨ ਲਾਗੇ। ਤੇ ਆਪ ਮਹਾਰਾਜ ਗੁਰੂ ਅਰਜਨ ਦੇਵ ਜੀ ਸਾਹਿਬਜ਼ਾਦੇ ਦੇ ਮੂੰਹ ਨੂੰ ਚਾਂਦੀ ਦੀ ਕਟੋਰੀ ਜ਼ਹਿਰ ਦੇ ਭਰੇ ਦਹੀਂ ਵਾਲੀ ਮੂੰਹ ਨੂੰ ਲਾਉਣ ਲੱਗੇ ਆ। ਜਦੋਂ ਹਰਖਤ ਦਿਜ ਪੀ ਕਹਿਤ ਹੈ। ਤੇ ਇਧਰ ਬ੍ਰਾਹਮਣ ਮਨ ਦੇ ਵਿੱਚ ਨਾ ਭਾਵ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਕਟੋਰੀ ਦਹੀਂ ਵਾਲੀ ਪਕੜੀ ਹਰਗੋਬਿੰਦ ਸਾਹਿਬ ਦੇ ਮੁਖ ਨੂੰ ਲਾਉਣ ਲੱਗੇ, ਉੱਥੇ ਸਾਹਮਣੇ ਖੜਾ ਹੋਇਆ ਪਾਪੀ ਬ੍ਰਾਹਮਣ ਹੱਸ ਕੇ ਬੋਲਿਆ ਹੈ, ਕਰੀਐ ਮੁਖ ਆਗੇ। ਮਹਾਰਾਜ ਸਾਹਿਬਜ਼ਾਦੇ ਨੂੰ ਕਹਿੰਦਾ, ਹੇ ਹਰਗੋਬਿੰਦ ਸਾਹਿਬਜ਼ਾਦੇ, ਲਓ ਤੁਹਾਡੇ ਪਿਤਾ ਜੀ ਪਿਆਉਂਦੇ ਦਹੀਂ ਤੇ ਮੂੰਹ ਕਰੋ ਖਾਂ ਜਰਾ ਅੱਗੇ।
ਇਸ ਤਰ੍ਹਾਂ ਬੋਲਦਾ ਹੈ। ਜਬ ਹੈ ਕਟੋਰਾ ਦਿਗ ਬਦਨ ਢਿਗ ਬਦਨ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਟੋਰਾ ਦਹੀਂ ਵਾਲਾ ਇਹ ਹਰਗੋਬਿੰਦ ਸਾਹਿਬਜ਼ਾਦੇ ਦੇ ਮੂੰਹ ਅੱਗੇ ਕਰਦੇ ਹਨ। ਸ਼੍ਰੀ ਗੁਰ ਨੇ ਕੀਨੋ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤਾ ਹੈ। ਨੀਚ ਬਿਲੋਚਨ ਕਰ ਰਹੇ। ਤੇ ਗੁਰੂ ਹਰਗੋਬਿੰਦ ਸਾਹਿਬਜ਼ਾਦੇ ਅੱਖਾਂ ਨੀਵੀਆਂ ਕਰ ਰਹੇ ਹਨ। ਹਟ ਕਿਉ ਨਹਿ ਪੀਨੋ ਤੇ ਨਾ ਪੀਤਾ, ਹੱਥ ਦੇ ਨਾਲ ਪਰੇ ਨੂੰ ਕਰ ਦਿੱਤਾ ਤੇ ਅੱਖਾਂ ਨੀਵੀਆਂ ਕਰ ਲਈਆਂ, ਸਿਰ ਜਿਹਾ ਨੀਵਾਂ ਕਰਕੇ ਤੇ ਹੱਥ ਗੁਰੂ ਅਰਜਨ ਦੇਵ ਮਹਾਰਾਜ ਦੇ ਹੱਥ ਨੂੰ ਹੱਥ ਲਾ ਕੇ ਤੇ ਹਰਗੋਬਿੰਦ ਸਾਹਿਬ ਨੇ ਦਹੀਂ ਦੀ ਕਟੋਰੀ ਪਿਛਾਂ ਤੱਕ ਦਿੱਤੀ ਹੈ। ਦੇਖਦੇ ਜੇ ਬਿਸਮੈ ਹੋਏ ਰਹਿਓ। ਇਹ ਬ੍ਰਾਹਮਣ ਵੇਖ ਕੇ ਬਹੁਤ ਹੈਰਾਨ ਹੁੰਦਾ ਹੈ ਅਜਮਤ ਇਹ ਨਮਾਹੀ। ਤੇ ਜਾਣ ਗਿਆ ਹੈ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਵਿੱਚ ਸ਼ਕਤੀ ਕੋਈ ਅਜਮਤ ਤਾਂ ਜ਼ਰੂਰ ਹੈ ਵੀ ਇਹ ਹੁਣ ਇਹਨਾਂ ਦੇ ਹੱਥੋਂ ਦਹੀਂ ਵੀ ਨਹੀਂ ਪੀਂਦਾ। ਆਪਦੇ ਵੱਲੋਂ ਤਾਂ ਮੈਂ ਲੁਕੋ ਕੇ ਕਿਸੇ ਦੇ ਦੇਖਣ ਤੋਂ ਬਿਨਾਂ ਹੀ ਜ਼ਹਿਰ ਪਾਇਆ ਦਹੀਂ ਵਿੱਚ, ਪਰ ਇਹ ਵੇਖ ਲਓ ਵੀ ਇਹਨਾਂ ਨੂੰ ਪਤਾ ਲੱਗਿਆ ਹੋਇਆ ਉਹ ਜਾਪਦਾ। ਤੇ ਇਹ ਬ੍ਰਾਹਮਣ ਹੁਣ ਡਰਦਾ ਤੇ ਜਾਣ ਗਿਆ ਵੀ ਹਰਗੋਬਿੰਦ ਸਾਹਿਬ ਵਿੱਚ ਜ਼ਰੂਰ ਕੋਈ ਅਜਮਤ ਤਾਕਤ ਹੈ। ਦਧੀ ਸਦੋਸ਼ ਪਛਾਣ ਕੈ। ਕਿਉਂਕਿ ਹੁਣ ਇਹ ਦਹੀਂ ਨੂੰ ਸਹਿਤ ਦੋਸ਼ ਦੇ ਪਛਾਣ ਰਹੇ, ਭਾਵ ਜ਼ਹਿਰ ਵਾਲਾ ਦਹੀਂ ਇਹ ਜਾਣਦੇ ਐ ਛੋਟੇ ਜਿਹੇ ਬੱਚੇ ਹਰਗੋਬਿੰਦ ਸਾਹਿਬ। ਲਾਵਤ ਮੁਖ ਨਾਹੀ। ਜਿਸ ਕਰਕੇ ਮੂੰਹ ਨਹੀਂ ਲਾ ਰਹੇ ਇਸ ਚਾਂਦੀ ਦੇ ਕਟੋਰੇ ਨੂੰ। ਕੁਛ ਹੋਏ ਜਾਏ ਨਾ ਆਸ ਅਬੈ। ਤੇ ਫਿਰ ਡਰਦਾ ਵੀ ਹੁਣ ਸ਼ਾਮ ਤਾਂ ਆਵੇਗੀ ਵੀ ਕੋਈ ਨਾ ਕੋਈ ਜ਼ਰੂਰ ਹੁਣ ਗੱਲ ਨਾ ਕਿਤੇ ਨਿਕਲ ਆਵੇ ਜ਼ਹਿਰ ਵਾਲੀ, ਵੀ ਮੈਂ ਧੱਕੇ ਨਾਲ ਜ਼ਹਿਰ ਪਿਆਉਂਦਾ ਸੀ ਦਹੀਂ ਵਿੱਚ ਪਾ ਕੇ, ਕਿਤੇ ਹੁਣ ਗੱਲ ਪ੍ਰਗਟ ਨਾ ਹੋ ਜਾਵੇ। ਮਨ ਕਪਟ ਉਘਾਰੈ। ਤੇ ਮੇਰਾ ਜਿਹੜਾ ਕਪਟ ਹੈ ਮਨ ਵਿੱਚ ਉਹ ਹੁਣ ਉਗੜ ਨਾ ਜਾਵੇ, ਮੇਰਾ ਪਰਦਾ ਨਾ ਜ਼ਾਹਰ ਹੋ ਜਾਵੇ ਸਭ ਦੇ ਸਾਹਮਣੇ। ਤਰਸਤ ਭਇਓ ਪੁਨ ਮਨ ਬਿਖੈ। ਤੇ ਹੁਣ ਡਰਨ ਲੱਗਿਆ, ਮਨ ਕੰਬਦਾ ਹੈ ਬਹੁ ਗਟੀ ਵਿਚਾਰੈ। ਤੇ ਡਰਦਾ ਹੈ, ਹੱਥ ਪੈਰ ਕੰਬਣੇ ਸ਼ੁਰੂ ਹੋ ਗਏ, ਮੱਥੇ ਤੇ ਤਰੇਲੀਆਂ ਆਉਂਦੀਆਂ, ਮਨ ਵਿੱਚ ਗਿਣਤੀਆਂ ਮਿਣਤੀਆਂ ਜੀਆਂ ਗਿਣਦਾ ਵਿਚਾਰਦਾ ਹੈ। ਅਲਪ ਜਾਤ ਕੂ ਕਰਹੁ ਤੋ। ਤੋ ਫਿਰ ਜਦੋਂ ਹਰਗੋਬਿੰਦ ਸਾਹਿਬ ਮਹਾਰਾਜ ਨੇ ਨਾ ਦਹੀਂ ਛਕਿਆ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਕਵੀ ਜੀ ਕਹਿੰਦੇ ਇੱਕ ਛੋਟੀ ਜਾਤ ਦਾ ਜਿਹੜੇ ਮਧਰੇ ਜਿਹੇ ਹੁੰਦੇ ਆ, ਇਸ ਤਰ੍ਹਾਂ ਦਾ ਇੱਕ ਕੁੱਤਾ ਹੈ ਸੀ ਪਿਸਤਾ ਕਹਿ ਜਾਹੀ। ਜਿਹਦਾ ਨਾਮ ਪਿਸਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਰੱਖਿਆ ਹੋਇਆ ਹੈ। ਜਿਸ ਪਰਿਅੰਕ ਪਰ ਗੁਰ ਥਿਰਹਿ। ਤੇ ਜਿਸ ਸਿੰਘਾਸਣ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਹਿੰਦੇ ਸੀਗੇ, ਸਜਦੇ ਹੁੰਦੇ, ਭਾਵ ਜਿੱਥੇ ਚਾਹੇ ਸਿੰਘਾਸਣ ਤੇ ਬਹਿਣ, ਜਦੋਂ ਮਹਾਰਾਜ ਘਰ ਵਿੱਚ ਪਲੰਘ ਤੇ ਬਹਿਣ, ਜਿੱਥੇ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਬੈਠਦੇ ਸਨ ਤਿਸ ਤਰੈ ਰਹਾਹੀ। ਇਹ ਕੁੱਤਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੰਘਾਸਣ ਦੇ ਹੇਠਾਂ ਅਕਸਰ ਬੈਠਿਆ ਕਰਦਾ ਹੈ। ਵਹਿਰ ਚਲਤ ਕਿਤ ਸੰਗ ਹੋਏ। ਤੇ ਜਦੋਂ ਮਹਾਰਾਜ ਕਿਤੇ ਬਾਹਰ ਜਾਂਦੇ ਸੀ ਉਦੋਂ ਵੀ ਸੰਗਤਾਂ ਨੂੰ ਵਾਸਤੇ ਜਾਂ ਕਿਸੇ ਸਿੱਖ ਦੇ ਘਰ ਵਿੱਚ ਮਹਾਰਾਜ ਨੇ ਜਾਣਾ, ਉਦੋਂ ਵੀ ਇਹ ਮਹਾਰਾਜ ਦੇ ਪਿੱਛੇ ਹੋ ਤੁਰਦਾ ਸੀ। ਪਗ ਪੰਕਜ ਤੀਰਾ। ਤੇ ਜਿਵੇਂ ਅਕਸਰ ਹੀ ਭਾਵ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਲਾਗੇ ਰਹਿਣਾ ਗਿੱਝਿਆ ਹੋਇਆ ਹੈ। ਰਹਿਤ ਹਦੂਰ ਸਦੀਵਹੀ। ਸਦਾ ਹੀ ਗੁਰੂ ਅਰਜਨ ਦੇਵ ਮਹਾਰਾਜ ਦੇ ਲਾਗੇ ਰਹਿੰਦਾ ਹੈ, ਹਜੂਰ ਰਹਿਣ ਵਾਲਾ ਹੈ। ਜਿਹ ਭਾਗ ਗਹੀਰਾ। ਜਿਸ ਕੁੱਤੇ ਦੇ ਬਹੁਤ ਵੱਡੇ ਭਾਗ ਹੈ ਜਿਹਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਚਰਨਾਂ ਵਿੱਚ ਰਹਿਣਾ ਤੇ ਦਰਸ਼ਨ ਨਸੀਬ ਹੁੰਦੇ ਆ। ਕਰਿਓ ਹਕਾਰਨ ਸਵਾਨ ਕੋ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਉਹਨੂੰ ਪਚਕਾਰਿਆ ਇਹ ਸਿੰਘਾਸਣ ਥੱਲੇ, ਭਾਵ ਮਹਾਰਾਜ ਐ ਆਵਾਜ਼ ਦਿੰਦੇ ਆ ਵੀ ਕਿਉਂ ਕੂਕਰ ਗੁਰੂ ਘਰ ਦੇ ਦਾਸ, ਕਿ ਸਾਡੇ ਪਲੰਘੇ ਥੱਲੇ ਬੈਠਾਂਗੇ ਕਿਤੇ ਹੋਰ ਹੈ। ਇਸ ਤਰ੍ਹਾਂ ਸਤਿਗੁਰਾਂ ਨੇ ਉਹਨੂੰ ਆਵਾਜ਼ ਮਾਰੀ ਹੈ, ਪਰਿਅੰਕ ਤਰੈ ਹੈ। ਵੀ ਕੀ ਤੂੰ ਸਾਡੇ ਪਲੰਘੇ ਥੱਲੇ ਹੀ ਹੈ? ਇਸ ਤਰ੍ਹਾਂ ਮਹਾਰਾਜ ਨੇ ਪੁੱਛਿਆ ਹੈ। ਨਿਕਸਿਓ ਪੂਛ ਹਿਲਾਵਤੋ। ਤੇ ਉਹ ਛੋਟਾ ਜਿਹਾ ਕੁੱਤਾ ਅਲਪ ਜਾਤ ਸਤ ਸੰਗਤ ਜੀ ਪੂਛ ਹਿਲਾਉਂਦਾ ਹੋਇਆ ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਪਲੰਘੇ ਥੱਲੋਂ ਨਿਕਲ ਕੇ ਸਾਹਮਣੇ ਜਾ ਖੜਾ ਹੋਇਆ ਹੈ। ਜਿਗ ਸਮੁਖ ਕਰੇ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਵੱਲ ਵੇਖ ਰਿਹਾ ਹੈ। ਤਿਸ ਕੇ ਬਾਸਣ ਗੁਰੂ ਨੇ। ਉਹਦਾ ਭਾਂਡਾ ਜਿਹੜਾ ਕੁੱਤੇ ਨੂੰ ਦੁੱਧ ਪਾਉਣ ਵਾਲਾ ਹੁੰਦਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕੀਤਾ ਇਉਂ ਹੈ। ਦਧ ਕਰਤੇ ਪਾਈ। ਆਪਦੇ ਹੱਥਾਂ ਦੇ ਨਾਲ
ਉਹ ਚਾਂਦੀ ਦੀ ਕਟੋਰੀ ਵਿੱਚ, ਜਿਹਦੇ ਵਿੱਚ ਬ੍ਰਾਹਮਣ ਨੇ ਦਹੀਂ ਵਿੱਚ ਜ਼ਹਿਰ ਮਿਲਾਇਆ ਸੀ, ਹਰਗੋਬਿੰਦ ਸਾਹਿਬ ਨੂੰ ਦੇ ਰਿਹਾ ਸੀ ਨਾ ਬ੍ਰਾਹਮਣ, ਉਹ ਦਹੀਂ ਮਹਾਰਾਜ ਨੇ ਆਪਦੇ ਹੱਥੀਂ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕੁੱਤੇ ਦੇ ਭਾਂਡੇ ਵਿੱਚ ਪਾ ਦਿੱਤਾ ਹੈ। ਸੂੰਗਤ ਹੀ ਤਿਸ ਤੇ ਹਟਿਓ। ਤੇ ਉਹ ਦਹੀਂ ਵੇਖ ਕੇ ਕੁੱਤਾ ਇੱਕੋ ਵਾਰੀ ਪਿਆ ਛਕਣ ਵਾਸਤੇ ਫਿਰ ਸੁੰਘ ਲਿਆ, ਸੁੰਘ ਕੇ ਤੇ ਫਿਰ ਪਿੱਛੇ ਹਟ ਗਿਆ, ਛਕਿਆ ਨਹੀਂ। ਮੁਖ ਤਨਕ ਨ ਲਾਈ। ਥੋੜੇ ਮਾਤਰ ਵੀ ਮੂੰਹ ਨਹੀਂ ਲਾਇਆ ਇਸ ਕੁੱਤੇ ਨੇ, ਅਜਮਤ ਗੁਰ ਕੇ ਸਵਾਨ ਮਹਿ। ਕਿਉਂਕਿ ਕਵੀ ਜੀ ਕਹਿੰਦੇ ਕੁੱਤਾ ਕਿਹੜੇ ਘਰ ਦਾ ਹੈ? ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੇ ਜਿਹਵਰੀ ਜਹ ਖਿੰਚੈ ਤਹ ਜਾਓ। ਹਉ ਕੂਕਰ ਤੇਰਾ ਦਰਬਾਰ, ਭੌਕਾ ਆਗਹਿ ਬਦਨ ਪਸਾਰ। ਇਹ ਸਾਧ ਸੰਗਤ ਦੀ ਕੁੱਤਾ ਉਸ ਦਰ ਦਾ ਹੈ ਜਿੱਥੋਂ ਦੇ ਦਰ ਘਰ ਦੀ ਖਾਲਸਾ ਜੀ ਚਰਨਾਂ ਦੀ ਧੂੜੀ ਲੈ ਕੇ ਵੀ ਬੜੇ ਬੜੇ ਪਾਪੀ ਕੌਡੇ ਰਾਖਸ਼ ਵਰਗੇ ਉਧਰੇ ਹੋਏ ਆ। ਤੋ ਕਵੀ ਸੰਤੋਖ ਸਿੰਘ ਜੀ ਕਹਿੰਦੇ ਕੁੱਤੇ ਵਿੱਚ ਵੀ ਅਜਮਤ ਹੈ ਭਾਈ। ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਦਾ ਸਾਰਾ ਦਿਨ, ਮਹਾਰਾਜ ਦੇ ਚਰਨਾਂ ਪਾਸ ਰਹਿਣ ਵਾਲਾ ਹੋਣ ਕਰਕੇ ਭਾਰੀ ਅਜਮਤ ਸ਼ਕਤੀ ਦਾ ਇਹ ਮਾਲਕ, ਭਾਵ ਕੁੱਤੇ ਵਿੱਚ ਵੀ ਅੰਤਰਜਾਮਤਾ ਵੇਖ ਕੇ ਉਹਨੇ ਜਾਣ ਲਿਆ ਵੀ ਇਹ ਪਾਪੀ ਬ੍ਰਾਹਮਣ ਨੇ ਦਹੀਂ ਦੇ ਵਿੱਚ ਜ਼ਹਿਰ ਪਾਇਆ ਹੋਇਆ ਹੈ। ਝੂਠੋ ਨਿਤ ਖੈ ਹੈ। ਇਹ ਕਿਉਂ ਜਾਣ ਗਿਆ ਕਵੀ ਜੀ ਕਹਿੰਦੇ ਕੁੱਤਾ? ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਅਕਸਰ ਹੀ ਜਦੋਂ ਪ੍ਰਸ਼ਾਦਾ ਛਕਣਾ ਤੇ ਮਹਾਰਨੇ ਨੂੰ ਕਿਤੇ ਪਾ ਦੇਣਾ ਕਰਨਾ ਟੁੱਕ, ਗੁਰੂ ਅਰਜਨ ਦੇਵ ਮਹਾਰਾਜ ਦੇ ਹੱਥਾਂ ਦਾ ਪ੍ਰਸ਼ਾਦਾ ਲੱਗਿਆ ਛਕਦਾ ਰਿਹਾ। ਮਹਾਰਾਜ ਦਾ ਸੀਤ ਪ੍ਰਸ਼ਾਦ ਇਹ ਕੁੱਤੇ ਨੂੰ ਨਸੀਬ ਹੁੰਦਾ ਰਿਹਾ, ਜਿਸ ਕਰਕੇ ਇਸ ਕੂਕਰ ਦੇ ਵਿੱਚ ਵੀ ਬੜੀ ਕਵੀ ਜੀ ਕਹਿੰਦੇ ਅੰਤਰਜਾਮਤਾ ਹੈ ਸੀ, ਬੜਾ ਅਜਮਤੀ ਹੈ। ਬਿਖ ਜਾਨੀ ਅਚਵੀ ਨਹੀਂ। ਇਹ ਜਾਣਿਆ ਇਸ ਕੂਕਰ ਨੇ ਵੀ ਇਹਦੇ ਵਿੱਚ ਜ਼ਹਿਰ ਹੈ ਦਹੀਂ ਦੇ ਵਿੱਚ, ਜਾਣ ਕੇ ਉਹਨੇ ਖਾਧਾ ਨਹੀਂ, ਪਿੱਛੇ ਹਟ ਗਿਆ। ਨਹ ਗੁਰ ਕੋ ਸਮਝੈ ਹੈ। ਤੇ ਹੁਣ ਪਿੱਛੇ ਛੱਡ ਕੇ ਨਾ ਦਹੀਂ ਨੂੰ ਤੇ ਗੁਰੂ ਅਰਜਨ ਦੇਵ ਮਹਾਰਾਜ ਵੱਲ ਵੇਂਦਾ ਤੇ ਇਉਂ ਲੱਗਦਾ ਹੈ, ਕਵੀ ਜੀ ਕਹਿੰਦੇ ਵੀ ਮਾਨੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ ਤਰ੍ਹਾਂ ਸਮਝਾ ਰਿਹਾ ਹੋਵੇ ਵਿਧੀ ਦੇ ਨਾਲ। ਸਿਰ ਹਿਲਾਏ ਖਰਕਾਏ ਕੈ। ਵੀ ਕਦੇ ਸਿਰ ਹਿਲਾਉਂਦਾ ਮਹਾਰਾਜ ਦੇ ਸਾਹਮਣੇ, ਮਹਾਰਾਜ ਬਾਟੇ 'ਚ ਪਾ ਕੇ ਇਹਦੇ ਵਿੱਚ ਦਹੀਂ ਭਾਂਡੇ 'ਚ ਕਹਿੰਦੇ ਲੈ ਭਾਈ ਛਕ ਲਾ, ਤੇ ਅੱਗੋਂ ਸਿਰ ਹਿਲਾਉਂਦਾ ਮਹਾਰਾਜ ਨੂੰ ਵੇਖ ਕੇ, ਨੇਤਰ ਨੀਵੇਂ ਕਰ ਲੈਂਦਾ, ਅੱਖਾਂ ਵਿੱਚ ਪਾਣੀ ਆ ਗਿਆ ਇਸ ਕੂਕਰ ਦੇ, ਤੇ ਸਿਰ ਹਿਲਾਉਂਦਾ। ਕਦੇ ਕਦੇ ਇਸ ਤਰ੍ਹਾਂ ਸਿਰ ਹਿਲਾਉਣ ਲੱਗ ਜਾਂਦਾ ਨਾਲ, ਆਪਣੇ ਜੁਗ ਕਾਨਾ। ਤੇ ਨਾਲੇ ਦੋਵੇਂ ਕੰਨ ਖੜਕਾਉਂਦਾ, ਕੰਨ ਜੇ ਝਾੜਨ ਲੱਗ ਜਾਂਦਾ ਹੈ। ਬਿਖ ਸਮੇਤ ਇਹੋ ਦਧੀ ਹੈ। ਤੇ ਮਹਾਰਾਜ ਨੂੰ ਜਣਾ ਰਿਹਾ, ਮਹਾਰਾਜ ਮੈਂ ਤਾਂ ਨਹੀਂ ਛਕਿਆ, ਹੂੰ ਤੁਹਾਡਾ ਹੁਕਮ ਤਾਂ ਮੰਨ ਲਵਾਂ, ਇਹ ਦਹੀਂ ਦੇ ਵਿੱਚ ਪਾਪੀ ਬ੍ਰਾਹਮਣ ਨੇ ਜ਼ਹਿਰ ਪਾਇਆ ਹੋਇਆ। ਇਸ ਤਰ੍ਹਾਂ ਮਾਨੋ ਸਤਿਗੁਰਾਂ ਨੂੰ ਜਣਾਉਂਦਾ, ਕਦੇ ਕੰਨ ਹਿਲਾਉਂਦਾ, ਕਦੇ ਅੱਖਾਂ ਜੀਆਂ ਹਿਲਾਉਂਦਾ, ਤੇ ਕਦੇ ਸਿਰ ਹਿਲਾਉਣ ਲੱਗ ਜਾਂਦਾ ਹੈ। ਮੈਂ ਕਰਾਂ ਨਾ ਖਾਨਾ। ਮਹਾਰਾਜ ਇਸ ਲਈ ਮੈਂ ਛਕਣਾ ਨਹੀਂ ਕੀਤਾ, ਇਹ ਦਹੀਂ ਦੇ ਵਿੱਚ ਜ਼ਹਿਰ ਪਾਇਆ ਹੋਇਆ ਹੈ। ਆਪ ਗਤ ਮੇਰੀ ਹੋਏਗੀ। ਜੇ ਮੈਂ ਛਕ ਲਿਆ ਮਹਾਰਾਜ ਤੇ ਤੜਫ ਤੜਫ ਕੇ ਮੇਰੀ ਮੌਤ ਹੋ ਜਾਣੀ ਹੈ। ਖੋਟੀ ਅੰਮ੍ਰਿਤ ਪਾਵਾਂ। ਬੜੀ ਭੈੜੇ ਤਰੀਕੇ ਨਾਲ ਮੈਨੂੰ ਮੌਤ ਆਵੇਗੀ, ਅੰਦਰ ਸਭ ਪਾਟ ਜਾਵੇਗਾ ਇਸ ਦਹੀਂ ਦੇ ਨਾਲ, ਜਿਸ ਕਰਕੇ ਬੜੀ ਭੈੜੀ ਮੈਨੂੰ ਮੌਤ ਆਵੇਗੀ ਮਹਾਰਾਜ, ਤਾਂ ਮੈਂ ਛਕਦਾ ਨਹੀਂ। ਦੁਸ਼ਟ ਦਿਜਾ ਧਮ ਕੀ ਕ੍ਰਿਤ। ਦਿਜ ਆਦਮ ਜਿਹੜਾ ਇਹ ਬ੍ਰਾਹਮਣ ਆ ਨਾ ਨੀਚ, ਇਸੇ ਦੀ ਕਰਤੂਤ ਕੀਤੀ ਹੋਈ ਹੈ। ਕੈਸੇ ਇਸ ਖਾਵਾਂ। ਕਿਵੇਂ ਮਹਾਰਾਜ ਇੱਕ ਬ੍ਰਾਹਮਣ ਦੀ ਕੀਤੀ ਹੋਈ ਕਰਤੂਤ, ਦਹੀਂ ਵਿੱਚ ਪਾਏ ਹੋਏ ਜ਼ਹਿਰ ਨੂੰ ਖਾ ਕੇ ਮਹਾਰਾਜ ਕਿਵੇਂ ਮਰ ਜਾਵਾਂ? ਜੇ ਖਾਧਾ ਤੇ ਬਹੁਤ ਭੈੜੀ ਮੌਤ ਆਵੇਗੀ, ਤੜਫ ਤੜਫ ਕੇ ਮਰਾਂਗਾ। ਕਿਰਿਆ ਕਰਤ ਕੋ ਪਰਖ ਕੈ। ਇਧਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਵੇਖਿਆ ਕੁੱਤੇ ਦੀ ਕਿਰਿਆ, ਕੰਨ ਜੇ ਹਿਲਾਉਂਦੇ ਨੂੰ, ਸਿਰ ਜਿਹਾ ਮਾਰਦੇ ਨੂੰ, ਸਤਿਗੁਰਾਂ ਨੇ ਇਹਦੀ ਕਿਰਿਆ ਵੇਖ ਕੇ ਤੇ ਪਰਖ ਲਿਆ, ਜਾਣ ਲਿਆ ਹੈ। ਗੁਰਬਾਕ ਅਲਾਏ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਇਸ ਕੂਕਰ ਦੇ ਤਾਈਂ ਬਚਨ ਕੀਤਾ ਵੈ। ਤੂੰ ਹਮਰੇ ਨਿਤ ਸੰਗ ਹੈ। ਮਾਰੇ ਕਹਿੰਦੇ ਹੈ ਕੂਕਰ ਦਰਵੇਸ਼, ਤੂੰ ਸਦਾ ਸਾਡੇ ਨਾਲ ਰਹਿਣ ਵਾਲਾ ਹੈ, ਭਾਵ ਸਾਡੇ ਕੋਲ ਰਹਿਣਾ, ਸਾਡੇ ਸਿੰਘਾਸਣ ਥੱਲੇ, ਕਦੇ ਆਸਣ ਥੱਲੇ, ਚੱਲਦਿਆਂ ਦੇ ਨਾਲ ਤੂੰ ਚੱਲਦਾ ਹੈ। ਇਤ ਉਤ ਸਭ ਥਾਏ। ਤੇ ਇੱਥੇ ਵੀ ਤੂੰ ਸਾਡੇ ਨਾਲ ਰਿਹਾ ਤੇ ਉੱਥੇ ਵੀ ਸਾਡੇ ਨਾਲ ਹੀ ਰਹੇਂਗਾ, ਇਸ ਗੱਲ ਦੀ ਚਿੰਤਾ ਨਾ ਕਰੀ ਤੂੰ। ਨਹਿ ਵਿਛਰਹਿ ਸਭ ਹੋਏਗਾ। ਤੇ ਤੈਨੂੰ ਵਿਛੋੜਾ ਨਹੀਂ ਪਾਵਾਂਗੇ ਅਸੀਂ, ਇੱਥੇ ਜੇ ਸਾਡੇ ਨਾਲ ਰਿਹਾ ਨਾ ਤੂੰ, ਦਰਸ਼ਨ ਕਰਦਾ ਤੇ ਅਗਾਂਹ ਵੀ ਤੇਰੀ ਲਾਜ ਪੱਤ ਰੱਖਾਂਗੇ, ਤੇ ਤੇਰੇ ਨਾਲ ਵਿਛੋੜਾ ਨਹੀਂ ਅਸੀਂ ਪਾਵਾਂਗੇ, ਤੇਰੀ ਚੰਗੀ ਗਤ ਹੋਵੇਗੀ, ਭਾਵ
ਤੇਰੀ ਕਲਿਆਣ ਹੋਵੇਗੀ ਇਹ ਦਹੀਂ ਛਕਣ ਦੇ ਨਾਲ। ਸੰਦੇਹ ਨ ਤੇ ਕੀਜੈ ਸੰਸਾ ਨਾ ਤੈਂ ਕਰ ਮਨ ਦੇ ਵਿੱਚ। ਬਿਦਤ ਹੈ ਕਪਟ ਅਜੇ ਦੁਸ਼ਟ ਹਵੈ। ਤੇ ਮਹਾਰਾਜ ਕਹਿੰਦੇ ਤੈਨੂੰ ਛਕਾਉਣਾ ਦਹੀਂ ਤਾਂ ਆ ਜਿੰਨਾ ਚਿਰ ਤੂੰ ਦਹੀਂ ਨਾ ਖਾਧਾ ਤੇ ਪਾਪੀ ਬ੍ਰਾਹਮਣ ਦਾ ਪਰਦਾ ਨਹੀਂ ਜ਼ਾਹਰ ਹੋਣਾ। ਇਹ ਦੁਸ਼ਟ ਬ੍ਰਾਹਮਣ ਦਾ ਪਰਦਾ ਜ਼ਾਹਰ ਕਰਨ ਵਾਸਤੇ ਅਸੀਂ ਤੈਨੂੰ ਦਹੀਂ ਛਕਣ ਨੂੰ ਕਹਿੰਦੇ ਹਾਂ। ਦਧ ਅਬ ਸਭ ਤੇ ਪੀਜੈ ਸਾਡਾ ਬਚਨ ਮੰਨ ਹੇ ਕੂਕਰ, ਸਾਡੇ ਬਚਨ ਮੰਨ ਕੇ ਤੇ ਹੁਣ ਦਹੀਂ ਛਕਣਾ ਕਰ ਤੈਂ। ਇਸ ਪ੍ਰਕਾਰ ਗੁਰ ਤੇ ਸੁਨਤ ਤੋ ਇਸ ਕੁੱਤੇ ਨੇ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੋਂ ਇੰਨਾ ਬਚਨ ਸੁਣਿਆ ਜਦੋਂ, ਤਜ ਅੰਮ੍ਰਿਤ ਕੋ ਤਰਾਸਾ। ਤੇ ਮਨ ਵਿੱਚੋਂ ਮੌਤ ਦਾ ਡਰ ਜਾ ਕੱਢ ਦਿੱਤਾ ਵੀ ਜੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਤੇ ਮੌਤ ਤੜਫ ਕੇ ਆਵੇ ਜਿਵੇਂ ਮਰਜ਼ੀ ਆਵੇ ਤਾਂ ਵੀ ਸੌਦਾ ਸੱਚਾ। ਜੇ ਮਹਾਰਾਜ ਨੇ ਆਖਿਆ ਵੀ ਤੇਰੀ ਪਰਲੋਕ ਵਿੱਚ ਵੀ ਅਸੀਂ ਬਾਂਹ ਫੜਾਂਗੇ ਤੇ ਫਿਰ ਸਾਨੂੰ ਕੀ ਚਾਹੀਦਾ। ਮਹਾਰਾਜ ਦੇ ਇਹਨਾਂ ਬਚਨ ਕਹਿਣ ਤੇ ਇਹ ਕੁੱਤੇ ਨੇ ਮਨ ਵਿੱਚੋਂ ਮੌਤ ਦਾ ਡਰ ਕੱਢ ਕਰਕੇ ਬਿਨ ਬਿਲੰਬ ਸਭ ਹੀ ਤੇ ਦਧੀ। ਮਹਾਰਾਜ ਦਾ ਬਚਨ ਖਤਮ ਹੁੰਦਿਆਂ ਸਾਰੀ ਬਿਨਾਂ ਦੇਰੀ ਤੋਂ ਜਿੰਨਾ ਦਹੀਂ ਪਾਇਆ ਹੋਇਆ ਪੀ ਕਰ ਤ੍ਰਿਪਤਾਸਾ। ਤੇ ਐਨ ਢਿੱਡ ਭਰ ਕੇ ਸਾਰਾ ਕਟੋਰਾ ਭਰਿਆ ਜ਼ਹਿਰ ਦੇ ਦਹੀਂ ਵਾਲਾ ਛਕ ਲਿਆ ਹੈ। ਬੈਠ ਗਈ ਗੰਗਾ ਨਿਕਟ ਇਧਰ ਧੰਨ ਮਾਤਾ ਗੰਗਾ ਜੀ ਵੀ ਬੈਠੇ ਹੋਏ ਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਸੱਚੇ ਪਾਤਸ਼ਾਹ ਦੀ ਹਜ਼ੂਰੀ ਅੰਦਰ। ਦਿਜ ਦੁਸ਼ਟ ਪਰ ਬਿਠਾਵਾ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਬ੍ਰਾਹਮਣ ਨੂੰ ਵੀ ਭਾਓ ਇੱਥੇ। ਸਾਰੀਆਂ ਸੰਗਤਾਂ ਬਹਿ ਗਈਆਂ ਵੀ ਹੁਣ ਵੇਖੋ ਕੁੱਤੇ ਨੇ ਜ਼ਹਿਰ ਖਾਧਾ ਤੇ ਦਹੀਂ ਵਿੱਚ ਕੀ ਸੀਗਾ ਜਿਹਦੇ ਕਰਕੇ ਹਰਗੋਬਿੰਦ ਸਾਹਿਬ ਜੀ ਛਕਦੇ ਨਹੀਂ। ਉਹ ਕੁੱਤੇ ਨੇ ਖਾਧਾ ਹੈ, ਵੇਖੀਏ ਵੀ ਕੀ ਬਣਦਾ। ਸਾਰਿਆਂ ਨੂੰ ਬਿਠਾ ਲਿਆ, ਇਸ ਬ੍ਰਾਹਮਣ ਨੂੰ ਵੀ ਹਜ਼ੂਰ ਨੇ ਬਿਠਾਇਆ ਹੈ। ਦਿਜ ਦੁਸ਼ਟ ਬਿਠਾਵਾ। ਇਸ ਬ੍ਰਾਹਮਣ ਦੁਸ਼ਟ ਨੂੰ ਆਪਣੇ ਪਾਸ ਬਿਠਾ ਲੈਣਾ ਕੀਤਾ। ਅਪਰਦਾਸ ਸਿੱਖ ਪਾਸ ਗਨ। ਹੋਰ ਵੀ ਬੜੇ ਸਿੱਖ ਸੰਗਤਾਂ ਜੁੜ ਗਈਆਂ ਵੇਖਣ ਵਾਸਤੇ ਵੀ ਸਵੇਰ ਦਾ ਕੀ ਇਹ ਤਮਾਸ਼ਾ ਬਣਾਇਆ ਹੋਇਆ ਬ੍ਰਾਹਮਣ ਨੇ। ਬੜੀਆਂ ਸੰਗਤਾਂ ਆਸੇ ਪਾਸੇ ਬੈਠੀਆਂ ਨੇ। ਹੇਰਤ ਬਿਸਮਤ ਚਿੱਤ ਸਮਸਤ। ਬੈਠੇ ਤੇ ਸੁਥਾਵਾ ਬਹੁਤ ਸੰਗਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਬੈਠੀਆਂ ਹੋਈਆਂ ਹਨ। ਹੇਰਤ ਬਿਸਮਤ ਚਿੱਤ ਸਮਸਤ। ਤੇ ਸਾਰੇ ਹੀ ਹੈਰਾਨ ਹੋ ਰਹੇ ਆ ਵੇਖ ਵੇਖ ਕੇ ਨਾ। ਜਿੰਨੀਆਂ ਸੰਗਤਾਂ ਨੇ ਇਹ ਸਾਰਾ ਕੌਤਕ ਵੇਖ ਵੇਖ ਹੈਰਾਨ ਹੋਈ ਜਾਂਦੇ ਆ ਵੀ ਕੁੱਤੇ ਨੇ ਪਹਿਲਾਂ ਦਹੀਂ ਖਾਧਾ ਨਾ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਹਨੂੰ ਆਖਿਆ ਵੀ ਅਸੀਂ ਤੇਰੀ ਲਾਜ ਰੱਖਾਂਗੇ ਲੋਕ ਪਰਲੋਕ ਵਿੱਚ, ਤੇ ਹੁਣ ਝੱਟ ਹੀ ਮਹਾਰਾਜ ਦਾ ਬਚਨ ਮੰਨ ਕੇ ਦਹੀਂ ਛਕ ਗਿਆ। ਇਸ ਤਰ੍ਹਾਂ ਦੇ ਕੌਤਕ ਮਹਾਰਾਜ ਦੇ ਘਰ ਦੇ ਵੇਖ ਵੇਖ ਕੇ ਸਭ ਹੈਰਾਨ ਹੋਈ ਜਾਂਦੇ ਆ। ਕਾਰਨ ਕਿਆ ਹੋਈ। ਤੇ ਜਾਣਦੇ ਮਨ ਵਿੱਚ ਸੋਚਦੇ ਸਿੱਖ ਸਾਰੇ ਵੀ ਇਹ ਕੀ ਕਾਰਨ ਬਣਿਆ ਹੋਇਆ ਹੈ। ਵਿਪਰ ਬਦਨ ਤਬ ਪੀਤ ਭਾ। ਤੇ ਇਧਰ ਹੁਣ ਕੁੱਤੇ ਨੇ ਦਹੀਂ ਖਾਧਾ ਤੇ ਬ੍ਰਾਹਮਣ ਦਾ ਰੰਗ ਹੁਣ ਪੀਲਾ ਪੈਣਾ ਸ਼ੁਰੂ ਹੋ ਗਿਆ। ਪਹਿਲਾਂ ਤਾਂ ਬਹੁਤ ਖੁਸ਼ ਸੀਗਾ, ਹੱਸਦਾ ਸੀ ਵੀ ਮੈਂ ਛੱਡਣਾ ਹੀ ਨਹੀਂਗਾ, ਦਹੀਂ ਛਕਾ ਹੀ ਦਿਆਂਗਾ ਹਰਗੋਬਿੰਦ ਸਾਹਿਬ ਨੂੰ। ਪਰ ਉਹ ਦਹੀਂ ਜਦੋਂ ਇਸ ਕੂਕਰ ਨੇ ਛਕ ਲਿਆ, ਮਹਾਰਾਜ ਨੇ ਛਕਾ ਦਿੱਤਾ, ਖਵਾ ਦਿੱਤਾ, ਤੇ ਬ੍ਰਾਹਮਣ ਡਰਨਾ ਸ਼ੁਰੂ ਹੋ ਗਿਆ। ਹੱਥ ਪੈਰ ਕੰਬਣ ਲੱਗੇ, ਤਰੇਲੀਆਂ ਨਹੀਂ ਆਉਂਦੀਆਂ, ਰੰਗ ਇਹਦਾ ਪੀਲਾ ਪੈਣ ਲੱਗਿਆ ਹੈ। ਸਭ ਧੀਰਜ ਖੋਈ। ਤੇ ਇਹਦਾ ਹੌਸਲਾ ਨਹੀਂ ਰਹਿੰਦਾ, ਹੁਣ ਹੌਸਲਾ ਜਿਆਦਾ ਟੁੱਟਣਾ ਸ਼ੁਰੂ ਹੋਇਆ ਹੈ। ਧਰਾ ਪ੍ਰਵੇਸ਼ੋ ਜਾਏ ਨ ਹੈ। ਤੇ ਹੁਣ ਐ ਹਾਲਤ ਹੋਈ ਪਈ ਆ ਵੀ ਮੈਨੂੰ ਕਿਤੇ ਨਾ ਬਚ ਜਾਵਾਂ, ਧਰਤੀ ਵੇਲ ਦੇ ਵਿੱਚ ਧਰਤੀ 'ਚ ਵੜ ਜਾਵਾਂ ਮੈਂ। ਕਸੂਤਾ ਫਸ ਗਿਆ ਨਾ, ਸਾਰੇ ਪਾਸੇ ਸਿੱਖ ਖੜੇ ਐ। ਕੁੱਤੇ ਨੇ ਦਹੀਂ ਖਾ ਲਿਆ, ਪਤਾ ਵੀ ਹੁਣ ਮਰ ਜਾਣਾ ਇਹਨੇ ਕੁਝ ਸਮੇਂ ਵਿੱਚ ਹੀ। ਬ੍ਰਾਹਮਣ ਡਰ ਡਰ ਕਿਉਂ ਹੁਣ ਮਨ ਕਰਦਾ ਵੀ ਕਿਤੇ ਧਰਤੀ ਪਾਟ ਜਾਵੇ ਤੇ ਮੈਨੂੰ ਵੇਲ ਦੇ ਦੇਵੇ, ਦੇ ਵਿੱਚ ਧਸ ਜਾਵਾਂ ਮੈਂ। ਨਭ ਉੱਡਿਓ ਨਾ ਜਾਈ। ਤੇ ਜਾਂ ਆਕਾਸ਼ ਵਿੱਚ ਉੱਡ ਜਾਵਾਂ, ਪਰ ਹੁਣ ਕੋਈ ਹੱਲ ਨਹੀਂ ਵਿਚਾਰੇ ਦੇ ਪਾਸ, ਕਸੂਤਾ ਫਸਿਆ ਹੈ। ਕਪਟ ਖੁਟਾਈ ਕ੍ਰਿਤੀ ਮਮ। ਕਿ ਮਨ 'ਚ ਵਿਚਾਰਦਾ ਵੀ ਜਿਹੜੀ ਭੈੜੀ ਰੀਤੀ ਕੀਤੀ ਮੈਂ, ਬੜੀ ਖੁਟਿਆਈ ਧੋਖਾ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਕੀਤਾ ਹੈ। ਸਭ ਹੂੰ ਲਖ ਪਾਈ। ਹੁਣ ਸਾਰਿਆਂ ਨੂੰ ਮੇਰਾ ਪਤਾ ਲੱਗ ਜਾਣਾ ਜਦੋਂ ਕੁੱਤਾ ਇੱਕ ਘੜੀ ਬਾਅਦ ਮਰ ਗਿਆ ਜ਼ਹਿਰ ਖਾਣ ਤੋਂ। ਸਾਰਿਆਂ ਨੂੰ ਮੇਰੇ ਖੋਟੀ ਚਾਲ ਦਾ, ਦਹੀਂ ਵਿੱਚ ਪਾਏ ਜ਼ਹਿਰ ਦਾ ਪਤਾ ਲੱਗੇਗਾ। ਧਰ ਮੁਖ ਮੌਣ ਬਿਲੋਕ ਤੇ। ਤੋ ਸਾਰੇ ਹੀ ਹੁਣ ਕੁੱਤੇ ਦੇ ਜ਼ਹਿਰ ਖਾਦੇ ਬਾਅਦ ਚੁੱਪ ਕੀਤੇ ਹੋਏ, ਐਨ ਸਨਾਟਾ ਛਾਇਆ ਹੋਇਆ ਤੇ ਸਾਰੇ ਹੀ ਵੇਖ ਰਹੇ ਹਨ। ਬੋਲਤ ਨਹਿ ਕੋਈ। ਕੋਈ ਇੱਕ ਦੂਜੇ ਨਾਲ ਬੋਲ ਨਹੀਂ ਰਿਹਾ,
ਕੁੱਤੇ ਦੀ ਦਿਸ਼ ਵੇਖਦੇ ਆ। ਅੰਤਰਜਾਮੀ ਤਨ ਗੁਰ ਇਧਰ ਧੰਨ ਹਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜੋ ਅੰਤਰਜਾਮੀ ਸਭ ਦੇ ਮਨ ਦੀ ਜਾਣਨ ਵਾਲੇ ਆ। ਔਰ ਸਭ ਸੁਧ ਹੋਈ ਉਹਨਾਂ ਦੇ ਮਨ ਵਿੱਚ ਸਭ ਖਬਰ ਸੁੱਧ ਹੈ, ਕੁਝ ਭੁੱਲਿਆ ਹੋਇਆ ਨਹੀਂ ਹੈ। ਘਟੀ ਏਕ ਮਹਿ ਸਵਾਨ ਸੋ ਤੋ ਕਵੀ ਜੀ ਕਹਿੰਦੇ ਜਦੋਂ ਕੁੱਤੇ ਨੂੰ ਦਹੀਂ ਖਾਦਿਆਂ ਹੋਇਆਂ ਇੱਕ ਘੜੀ ਸਾਧ ਸੰਗਤ ਜੀ ਕੋਈ 24 ਕੁ ਮਿੰਟ ਦੀ ਹੁੰਦੀ ਹੈ, 24 ਕੁ ਮਿੰਟ ਦਾ ਸਮਾਂ ਜਦੋਂ ਲੰਘਿਆ ਹੈ ਗਿਰ ਪਰਿਓ ਜੋ ਠਾਡਾ ਤੇ ਖੜਾ ਖਲੋਤਾ ਜਿਹੜਾ ਕੁੱਤਾ ਸੀ ਉਹ ਫਾੜ ਧਰਤੀ ਤੇ ਡਿੱਗ ਪਿਆ ਹੈ ਤਰਫਤ ਮਾਰਤ ਪਗਨ ਕਹਾ ਤੇ ਬੜੀਆਂ ਚੀਕਾਂ ਮਾਰਨ ਲੱਗਿਆ। ਬਹੁਤ ਹੁਣ ਅੰਦਰ ਪਾੜਦਾ ਨਾ ਜ਼ਹਿਰ ਦੇ ਅਸਰ ਨਾਲ, ਤੇ ਚੀਕਾਂ ਕੂਕਾਂ ਨੀਆਂ ਮਾਰਦਾ, ਚੂਕਦਾ ਕੁੱਤਾ, ਹੱਥ ਪੈਰ ਮਾਰਦਾ, ਬੜਾ ਤੜਫਦਾ ਹੋਇਆ ਹੈ। ਸੰਕਟ ਵੱਡ ਬਾਡਾ ਕਿਉਂਕਿ ਹੁਣ ਬਹੁਤ ਦੁੱਖ ਪ੍ਰਾਪਤ ਹੋ ਰਿਹਾ, ਜ਼ਹਿਰ ਦੇ ਕਾਰਨ ਅੰਦਰੋਂ ਸਰੀਰ ਪਾਟ ਰਿਹਾ ਤੇ ਬਹੁਤ ਔਖਾ ਹੋ ਰਿਹਾ ਹੈ। ਲਾਗੁਲ ਐਠਤ ਬੈਠ ਕਬ ਤੇ ਇਸ ਤਰ੍ਹਾਂ ਜਿਹੜਾ ਹੈ ਉਹਦੀ ਹਾਲਤ ਹੋ ਰਹੀ ਹੈ। ਤੋ ਜਿਹੜਾ ਦਹੀਂ ਪੀਤਾ ਸੀ ਜ਼ਹਿਰ ਵਾਲਾ, ਉਹਦੇ ਕਾਰਨ ਹੀ ਸਾਰਾ ਕੁਝ ਹੋ ਰਿਹਾ। ਪੂਛ ਜੀ ਅਕੜਾਉਂਦਾ, ਕਦੇ ਉਹ ਪੈਰ ਜੇ ਜਿਵੇਂ ਧਰਤੀ ਤੇ ਪੁੱਟਦਾ ਮਾਰਦਾ, ਪੁੱਠਾ ਸਿੱਧਾ ਹੁੰਦਾ ਤੇ ਬੜਾ ਹੀ ਦੁਖੀ ਹੁੰਦਾ ਹੈ। ਬੈਠਤ ਕਰ ਜਾਈ ਤੇ ਇਸ ਤਰ੍ਹਾਂ ਕਦੇ ਵਿਚਾਰਾ ਖੜ ਜਾਂਦਾ, ਕਦੇ ਡਿੱਗ ਪੈਂਦਾ ਹੈ। ਇਹੋ ਜੀ ਹਾਲਤ ਹੋ ਜਾਂਦੀ ਹੈ। ਸ਼ਬਦ ਕਰਤ ਕਬ ਆਏ ਕੈ ਤੋ ਇਸ ਤਰ੍ਹਾਂ ਇਹ ਉਹ ਕੁੱਤਾ ਹੈ, ਕਵੀ ਜੀ ਕਹਿੰਦੇ ਗੁਰੂ ਘਰ ਦੇ ਵਿੱਚ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਦੇ ਆਸਣ ਥੱਲੇ ਬਹਿੰਦਾ ਹੁੰਦਾ ਸੀ। ਕਦੇ ਕਦੇ ਮਹਾਰਾਜ ਦੇ ਘਰ ਵਿੱਚ ਵੜ ਜਾਣਾ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਤੇ ਜਾਣ ਵਾਸਤੇ ਜੇ ਪੈਰੀਂ ਜੁੱਤੀ ਪਾਉਂਦੇ ਸੀ ਨਾ ਮਹਾਰਾਜ, ਤੇ ਇਹਨੂੰ ਪਤਾ ਲੱਗ ਜਾਂਦਾ ਸੀ ਵੀ ਮਹਾਰਾਜ ਜੋੜਾ ਪਾ ਰਹੇ ਜਾਣਗੇ ਕਿਤੇ, ਤੇ ਮਹਾਰਾਜ ਦੇ ਮਗਰ ਦੌੜ ਜਾਂਦਾ ਹੈ ਸੀ। ਸ਼ਬਦ ਕਰਤ ਕਬ ਆਏ ਕੈ ਕਦੇ ਕਦੇ ਸ਼ਬਦ ਜਿਹਾ ਕਰਨ ਲੱਗ ਜਾਂਦਾ, ਭਾਵ ਆਵਾਜ਼ਾਂ ਕਰਦਾ, ਮਹਾਰਾਜ ਨੂੰ ਨਮਸਕਾਰਾਂ ਕਰਦਾ ਹੁੰਦਾ ਸੀ। ਆਗੈ ਲਿਟ ਜਾਈ ਕਦੇ ਮਹਾਰਾਜ ਦੇ ਅੱਗੇ ਲੇਟ ਜਾਂਦਾ ਹੁੰਦਾ ਸੀ। ਲਾਲ ਬਿਲੋਚਨ ਹੋਏ ਗਏ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਦੀ ਹਾਲਤ ਹੋਈ। ਕੁੱਤੇ ਦੇ ਨੇਤਰ ਜਿਹੜੇ ਸੀ ਨਾ ਜ਼ਹਿਰ ਦੇ ਅਸਰ ਦੇ ਨਾਲ ਲਾਲ ਹੋਣੇ ਸ਼ੁਰੂ ਹੋ ਗਏ ਆ। ਵਿਆਕੁਲਤਾ ਪਾਏ ਬਹੁਤ ਵਿਆਕੁਲਤਾ ਜੀ ਪ੍ਰਾਪਤ ਹੋ ਰਹੀ ਹੈ। ਇਸ ਪ੍ਰਕਾਰ ਸੰਕਟ ਲਹਿਓ ਕਵੀ ਜੀ ਕਹਿੰਦੇ ਇਸ ਪ੍ਰਕਾਰ ਬੜਾ ਸਮਾਂ, ਭਾਵ ਜਿਵੇਂ ਕੋਈ ਘੜੀ 24 ਕੁ ਮਿੰਟ ਦੇ ਕਰੀਬ ਸਾਧ ਸੰਗਤ ਜੀ ਇਹ ਕੁੱਤੇ ਨੇ ਬਹੁਤ ਸੰਕਟ 24 ਮਿੰਟ ਅੱਧਾ ਘੰਟੇ ਦੇ ਕਰੀਬ ਤੜਫਦਾ ਰਿਹਾ, ਕੂਕਾਂ ਮਾਰਦਾ ਰਿਹਾ। ਸਭ ਕੇ ਅਗਵਾਏ ਸਾਰੇ ਸਿੱਖ ਖੜੇ ਹੋਏ ਉਹਨਾਂ ਦੇ ਅੱਗੇ, ਇਹ ਸਾਰਾ ਕੌਤਕ ਹੋ ਰਿਹਾ ਹੈ। ਕੇਤਿਕ ਚਿਰ ਮਹਿ ਮਰ ਰਹਿਓ ਤੇ ਕੁਝ ਕੁ ਚਿਰ ਤੜਫਦਾ ਰਿਹਾ ਵਿਚਾਰਾ, ਫਿਰ ਮਰ ਮੁੱਕ ਗਿਆ ਹੈ। ਮੁਖ ਦੀਨ ਪਸਾਰੇ ਤੇ ਮੁੱਖ ਵਿਚਾਰੇ ਦਾ ਅੱਡਿਆ ਰਹਿ ਗਿਆ ਹੈ ਜ਼ਹਿਰ ਦੇ ਨਾਲ। ਦੰਤ ਨਿਕਾਸੇ ਬਹਿਰ ਕੋ ਤੇ ਬਾਹਰ ਨੂੰ ਦੰਦ ਜੇ ਇਹਦੇ ਨਿਕਲੇ ਹੋਏ ਹਨ ਮਰੇ ਦੇ। ਗਿਰ ਗੁਰੂ ਅਗਾਰੇ ਤੇ ਜਦੋਂ ਮਰਿਆ ਤੇ ਮਹਾਰਾਜ ਵੱਲ ਪਿੱਛਾ ਨਹੀਂ ਕੀਤਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਵਾਲੇ ਪਾਸੇ ਮੂੰਹ ਕਰਕੇ ਡਿੱਗਿਆ ਵੀ ਮਰਨ ਲੱਗਿਆ ਵੀ ਕਿਤੇ ਮਹਾਰਾਜ ਵੱਲ ਮੇਰੀ ਕੰਡ ਨਾ ਹੋ ਜਾਵੇ। ਤੋ ਇਹ ਸਾਧ ਸੰਗਤ ਦੀ ਵੇਖੋ ਕਿੱਡੀ ਸੋਝੀ ਹੋਵੇਗੀ ਇਹਨੂੰ ਵੀ ਇੱਕ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਸਨਮੁਖ ਹੋ ਕੇ ਮਰਿਆ ਵੀ ਮਹਾਰਾਜ ਵੱਲ ਮਰਨ ਤੋਂ ਬਾਅਦ ਵੀ ਕੰਡ ਨਾ ਹੋਵੇ ਮੇਰੀ। ਕੁੱਤੇ ਨੂੰ ਇੰਨੀ ਸੋਝੀ ਅਕਲ ਹੈ। ਪਰ ਅਫਸੋਸ ਦੀ ਗੱਲ ਹੈ ਸਾਧ ਸੰਗਤ ਜੀ, ਅਸੀਂ ਕਈ ਵਾਰੀ ਇਸ ਨੀਚ ਜਾਤ ਕੂਕਰ ਤੋਂ ਵੀ ਭੈੜੀ ਹਰਕਤ ਕਰਦੇ ਹਾਂ। ਮਹਾਰਾਜ ਵੱਲ ਕੰਡ ਕਰ ਲਈ, ਜਿੱਧਰ ਨੂੰ ਜੀ ਕੀਤਾ ਦਰਬਾਰ ਵਿੱਚ ਉੱਧਰ ਹੀ ਬੈਠ ਗਏ, ਕੋਈ ਪਤਾ ਨਹੀਂ ਵੀ ਮਹਾਰਾਜ ਦਾ ਸਰੂਪ ਕਿੱਥੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਖਤ ਤੇ ਸੁਭਾਏਮਾਨ ਹੈ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦਾ ਇਹ ਰੂਪ ਹੈ, ਕੋਈ ਹੋਰ ਥੋੜ੍ਹਾ। ਉਹਨਾਂ ਹੀ ਪਾਤਸ਼ਾਹੀਆਂ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਹੈ ਨਾ। ਸਰੀਰ ਪੰਥ ਆਤਮਾ ਗ੍ਰੰਥ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਹਨ। ਤੋ ਘਰਾਂ ਵਿੱਚ ਵੀ ਵੇਖੀਦਾ ਜਦੋਂ ਅਖੰਡ ਪਾਠ ਸਾਹਿਬ ਹੁੰਦਾ, ਮਹਾਰਾਜ ਦਾ ਆਸਣ ਲੱਗਿਆ ਹੁੰਦਾ ਹੇਠਾਂ, ਸਾਰਾ ਟੱਬਰ ਬਾਹਰ ਮੰਜਿਆਂ ਤੇ ਚੜ੍ਹ ਕੇ ਤੇ ਉੱਚੀ ਉੱਚੀ ਤਾੜੀਆਂ ਮਾਰ ਮਾਰ ਹੱਸਦੇ ਆ। ਅਸੀਂ ਉਹ ਕੁੱਤੇ ਵਰਗੇ ਵੀ ਨਹੀਂ ਜਦੋਂ ਇਹੋ ਜਿਹੀ ਹਰਕਤ ਕਰਦੇ ਹਾਂ। ਫਿਰ ਇਹ ਨਹੀਂ ਵੇਖਣਾ ਵੀ ਮਹਾਰਾਜ ਦਾ ਸਰੂਪ ਪ੍ਰਕਾਸ਼ ਅਸੀਂ ਉਸ ਚਲੋ ਦੂਸਰੇ ਘਰ ਵਿੱਚ ਪਰਾਂ ਤਾਂ ਸਰ ਜਾਂਦਾ ਹੈ, ਇਹ ਨਹੀਂ ਅਸੀਂ ਵੇਖਦੇ ਵੀ ਉਹ ਮਹਾਰਾਜ ਦੇ ਹਜ਼ੂਰੀ ਵਾਲੇ ਕਮਰੇ ਵਿੱਚ ਕਿਵੇਂ ਬਹਿਣਾ। ਇੱਕ ਹੋਰ ਬਹੁਤ ਬਿਮਾਰੀ ਚੱਲੀ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸਾਧ ਸੰਗਤ ਦੀ, ਉੱਥੇ ਤਾਂ ਅਖੰਡ ਪਾਠ ਸਾਹਿਬ ਹੁੰਦਾ, ਬਾਣੀ ਪੜ੍ਹੀ ਜਾਂਦੀ ਹੈ,
ਤੇ ਉੱਥੇ ਰਿਸ਼ਤੇਦਾਰ ਆਏ ਨੂੰ ਉੱਥੇ ਹੀ ਚਾਹ ਫੜਾਈ ਜਾਂਦੇ ਆ। ਉਹ ਸ਼ੁਰ ਸ਼ੁਰ ਕਰਕੇ ਉੱਥੇ ਚੁਸਕੀਆਂ ਲਾ ਲਾ ਤੇ ਮਹਾਰਾਜ ਦੀ ਹਜ਼ੂਰੀ 'ਚ ਚਾਹ ਪੀ ਜਾਂਦੇ ਆ। ਵੀ ਲੰਗਰ ਦਾ ਪ੍ਰਬੰਧ ਕਰਨਾ ਭਾਈ, ਛਕਾਓ ਪ੍ਰਸ਼ਾਦਾ ਪਾਣੀ, ਜੀ ਆਇਆਂ ਸਾਰਿਆਂ ਨੂੰ ਛਕਾ ਕੇ ਬਿਠਾਓ ਨਾ। ਕਦੀ ਕੋਈ ਪਾਣੀ ਲੈ ਕੇ ਆ ਜਾਂਦਾ ਮਹਾਰਾਜ ਦੀ ਉੱਥੇ ਹਜ਼ੂਰੀ 'ਚ ਹੀ, ਉੱਥੇ ਚੁਸਕੀਆਂ ਲਾ ਲਾ ਚਾਹ ਪੀ ਜਾਂਦੇ। ਹੋਟਲਾਂ ਵਰਗਾ ਮਾਹੌਲ ਬਣਾਇਆ ਗੁਰੂ ਘਰਾਂ ਦਾ। ਜੇ ਘਰੇ ਪ੍ਰਕਾਸ਼ ਉੱਥੇ ਵੀ ਆਹ ਹਾਲ। ਕਦੇ ਵੀ ਸਾਧ ਸੰਗਤ ਜੀ ਮਹਾਰਾਜ ਦੀ ਹਜ਼ੂਰੀ ਸਾਰਾ ਦਿਨ ਸਾਰੀ ਉਮਰ ਢਿੱਡ ਹੀ ਭਰਿਆ ਨਾ, 10-15 ਮਿੰਟ 20 ਮਿੰਟ ਬਾਣੀ ਸੁਣਦੇ ਆ, ਕਿਤੇ ਮਸਾਂ ਅਖੰਡ ਪਾਠ ਸਾਹਿਬ ਦਾ ਸਬੱਬ ਬਣਦਾ ਹੈ। ਉਹ ਅਸੀਂ ਚੱਜ ਨਾਲ ਬਾਣੀ ਸੁਣੀਏ। ਚਾਹ ਉੱਥੇ ਬਾਹਰ ਬਹਿ ਕੇ ਸਾਰਾ ਦਿਨ ਪੀ ਲਓ, ਫੂਕ ਲਵੇ ਢਿੱਡ ਬੰਦਾ। ਉੱਥੇ ਬਾਹਰ ਛਕ ਕੇ ਚੰਗੀ ਤਰ੍ਹਾਂ ਹੱਥ ਪੈਰ ਧੋ ਕੇ ਮਹਾਰਾਜ ਦੀ ਹਜ਼ੂਰੀ 'ਚ ਜਾ ਕੇ ਛਕ ਲਓ, ਉਹ ਵਾਹਿਗੁਰੂ ਜਾ ਕੇ ਬਾਣੀ ਸੁਣੋ। ਬਾਹਰੋਂ ਤਾਂ ਹੱਥ ਧੋ ਜਾਂਦੇ ਆ ਤੇ ਅੰਦਰ ਉਹ ਜੂਠੇ ਗਲਾਸ ਉੱਥੇ ਹੀ ਪਏ ਰਹਿੰਦੇ ਜਿੱਥੇ ਮਹਾਰਾਜ ਦੀ ਹਜ਼ੂਰੀ ਛਕਾ ਕੇ। ਇਹ ਕਿੱਡੀ ਭੈੜੀ ਕੁਰੀਤ ਹੈ। ਤੋ ਜਿਹੜਾ ਛਕਣਾ ਛਕਾਉਣਾ ਇਹ ਸਾਧ ਸੰਗਤ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਨਹੀਂ, ਆਪਦਾ ਪਾਸੇ ਭਾਈ ਪ੍ਰਸ਼ਾਦਾ ਪਾਣੀ ਸੂਖਮ ਛਕ ਕੇ ਤੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਸੁਣੀ ਜਾਵੇ ਕਿਤੇ ਇਕਾਗਰ ਚਿੱਤ ਨਾਲ। ਉੱਥੇ ਚਾਹ ਦੇ ਪੀਣ ਦੀ ਆਵਾਜ਼ ਆਈ ਜਾਵੇ, ਇਹ ਵੀ ਕੰਮ ਚੰਗਾ ਨਹੀਂ। ਫਿਰ ਮਹਾਰਾਜ ਦੇ ਹਜ਼ੂਰ ਕਿਵੇਂ ਬਹਿਣਾ? ਸਤਿਗੁਰਾਂ ਦੇ ਵੱਲ ਸਾਧ ਸੰਗਤ ਦੀ ਕੰਡ ਨਾ ਹੋਵੇ। ਕਈ ਕਹਿੰਦੇ ਨਹੀਂ ਜੀ ਮਨ ਨਹੀਂ ਕੰਡ ਹੋਣੀ ਚਾਹੀਦੀ, ਸਰੀਰ ਦੀ ਕੰਡ ਹੋ ਜੇ ਤੇਰੇ ਮਨ ਦੀ ਕੰਡ ਨਹੀਂ ਨਾ ਹੈ, ਜਿਹਦੇ ਮਨ ਸਾਧ ਸੰਗਤ ਦੀ ਮਾਰਨ ਨੂੰ ਸਿੱਧਾ, ਉਹ ਕੰਡ ਵੀ ਨਹੀਂ ਕਰਦਾ ਕਦੇ। ਉਹਨੂੰ ਪਤਾ ਹੁੰਦਾ ਵੀ ਮੈਂ ਸੱਚੇ ਪਾਤਸ਼ਾਹ ਦਾ ਸਤਿਕਾਰ ਕਿਵੇਂ ਕਰਨਾ। ਜੇ ਮਨ ਦੀ ਕੰਡ ਹੈ ਤਾਂ ਹੀ ਆ ਪ੍ਰਤੱਖ ਤੌਰ 'ਤੇ ਆਪਾਂ ਕੰਡ ਕਰਦੇ ਹਾਂ ਮਹਾਰਾਜ ਵੱਲ। ਜੇ ਮਨ ਦੀ ਸਨਮੁਖਤਾ ਹੀ ਹੈ ਨਾ ਮਹਾਰਾਜ ਦੇ ਵੱਲ, ਜਿਹਦੀ ਸਨਮੁਖਤਾ ਹੀ ਗੁਰਮੁਖ, ਉਹ ਕਦੇ ਵੀ ਸਾਧ ਸੰਗਤ ਦੀ ਕੰਡ ਨਹੀਂ ਕਰਦਾ ਮਹਾਰਾਜ ਵੱਲ। ਫਿਰ ਇਹ ਵੇਖੋ ਸਾਧ ਸੰਗਤ ਜੀ ਵੀ ਇਹ ਹੈ ਤਾਂ ਇੱਕ ਨੀਚ ਜਾਤ ਹੀ ਗਿਣਦੇ ਨਾ, ਕੁੱਤੇ ਨੂੰ ਕਿੱਡਾ ਮਾੜਾ ਗਿਣਦੇ ਆ ਸਾਰੇ ਸੰਸਾਰ ਅੰਦਰ। ਪਰ ਵੇਖੀਏ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਦਹੀਂ ਛਕਣ ਨੂੰ ਆਖਿਆ। ਉਹਨੂੰ ਪਤਾ ਹੈ ਵੀ ਮਹਾਰਾਜ ਜਣਾ ਵੀ ਦਿੱਤਾ, ਮਹਾਰਾਜ ਮੈਂ ਨਹੀਂ ਛਕਣਾ, ਇਹਦੇ ਵਿੱਚ ਦਹੀਂ 'ਚ ਵਿੱਚ ਜ਼ਹਿਰ ਹੈ। ਮਹਾਰਾਜ ਕਹਿੰਦੇ ਕੋਈ ਨਾ, ਜ਼ਹਿਰ ਹੀ ਛਕ ਲਾ, ਤੇਰੀ ਇਸੇ 'ਚ ਹੀ ਕਲਿਆਣ ਹੈ। ਤੇ ਉਹਨੇ ਦੂਜੀ ਵਾਰੀ ਬਿੰਦ ਨਹੀਂ ਲਾਈ, ਦੇਰ ਨਹੀਂ ਲਾਈ, ਤੇ ਉਹ ਦਹੀਂ ਜ਼ਹਿਰ ਵਾਲਾ ਛਕ ਕੇ ਤੜਫ ਕੇ ਮਰਿਆ। ਉਹ ਕੁੱਤੇ ਨੂੰ ਇੰਨੀ ਸੋਝੀ ਹੈ ਵੀ ਗੁਰੂ ਮਹਾਰਾਜ ਦੇ ਆਖੇ ਜ਼ਹਿਰ ਖਾਣ ਵਿੱਚ ਵੀ ਭਲਾ ਹੈ। ਤੇ ਸਾਡੀ ਤਰਾਸਦੀ ਸਾਧ ਸੰਗਤ ਜੀ ਹੈ ਵੀ ਅਸੀਂ ਗੁਰੂ ਦੇ ਆਖੇ ਅੰਮ੍ਰਿਤ ਵੀ ਛਕਣ ਨੂੰ ਤਿਆਰ ਨਹੀਂ, ਜਿਹੜਾ ਮਿੱਠਾ। ਉਹਨੇ ਕੌੜਾ ਜ਼ਹਿਰ ਛਕ ਲਿਆ ਮਹਾਰਾਜ ਦੇ ਆਖੇ ਤੇ, ਨਾਲੇ ਹੈ ਕੁੱਤਾ। ਤੇ ਅਸੀਂ ਬੰਦੇ ਹਾਂ ਤੇ ਅਸੀਂ ਮਹਾਰਾਜ ਦੇ ਆਖੇ ਤੇ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ, ਜਿਹੜਾ ਮਿੱਠਾ। ਤੇ ਮਹਾਰਾਜ ਦਾ ਅੰਮ੍ਰਿਤ ਜਿਹੜਾ ਕੁਲਾਂ ਤਾਰਨ ਵਾਲਾ। ਹੁਣ ਇਹ ਨਹੀਂ ਜਾਣਿਆ ਪੈਂਦਾ ਵੀ ਉਹ ਕੂਕਰ ਚੰਗਾ ਹੈ ਕਿ ਅਸੀਂ ਚੰਗੇ ਹਾਂ। ਉਹ ਸਾਡੇ ਤੋਂ 1000 ਦਰਜੇ ਵੇਖੀਏ ਤੇ ਚੰਗਾ ਜਿਹਨੇ ਗੁਰੂ ਦੇ ਆਖੇ ਜ਼ਹਿਰ ਛਕਿਆ। ਤੇ ਅਸੀਂ ਉਦੋਂ ਤੋਂ ਸਾਧ ਸੰਗਤ ਜੀ 1000 ਦਰਜੇ ਮਾੜੇ ਆ ਜਿਹੜੇ ਗੁਰੂ ਪਾਤਸ਼ਾਹ ਦੇ ਆਖੇ ਅੰਮ੍ਰਿਤ ਨਹੀਂ ਛਕਦੇ। ਪੀਵੋ ਅੰਮ੍ਰਿਤ ਖੰਡ ਤਾਰ, ਪੀਵੋ ਪਾਹੁਲ ਖੰਡ ਤਾਰ ਹੋਏ ਜਨਮ ਸੁਹੇਲਾ। ਮਹਾਰਾਜ ਦੇ ਬਚਨ ਨਹੀਂ ਮੰਨੇ। ਅੰਮ੍ਰਿਤ ਪੀਆ ਸਤਿਗੁਰ ਦੀ ਔਰ ਨ ਜਾਣਾ ਦੂਆ ਤੀਆ। ਤੋ ਇਸ ਤਰ੍ਹਾਂ ਰਹੋ ਵਿਚਾਰ। ਕਵੀ ਜੀ ਕਹਿੰਦੇ ਜਦੋਂ ਮਰਿਆ ਕੁੱਤਾ ਦੰਦ ਬਾਹਰ ਨਿਕਲ ਗਏ ਤੇ ਧੰਨ ਡਿੱਗਣ ਲੱਗਿਆ ਦਵਾ ਦਵ ਮੂੰਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵੱਲ ਕਰ ਲਿਆ ਵੀ ਕਿਤੇ ਮੇਰੀ ਪਿੱਠ ਮਹਾਰਾਜ ਵੱਲ ਨਾ ਹੋ ਜਾਵੇ ਮਰਨ ਤੋਂ ਪਹਿਲਾਂ ਹੀ। ਪਗ ਪੰਕਜ ਤਬ ਆਪਨੋ, ਤੇ ਆਪਣੇ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨ ਕਮਲ ਸੀ ਨਾ, ਮਹਾਰਾਜ ਨੇ ਆਪਣਾ ਇਹ ਕੁੱਤੇ ਨੂੰ ਮਰਿਆ ਵੇਖ ਕੇ ਸੱਜਾ ਜਿਹੜਾ ਚਰਨ ਕਮਲ ਹੈ ਕੂ ਕਰਕੇ ਛੁਆਵਾ, ਇਸ ਕੁੱਤੇ ਦੇ ਸਰੀਰ ਦੇ ਨਾਲ ਛੁਹਾ ਦਿੱਤਾ ਹੈ। ਗਇਓ ਬਿਕੁੰਠ ਬਿਬਾਨ ਚੜ, ਤੇ ਮਹਾਰਾਜ ਦੇ ਚਰਨ ਛੁਹਾਉਣ ਦੀ ਦੇਰੀ ਸੀ। ਆਖਰੀ ਸਵਾਸ ਨਿਕਲਦਿਆਂ ਇਹਦਾ ਜੀਓ ਆਤਮਾ ਕੁੱਤੇ ਦਾ ਬਿਬਾਨ ਤੇ ਚੜ ਕੇ ਇਸ ਕੂਕਰ ਦਾ ਜਿਹੜਾ ਜੀਓ ਆਤਮਾ ਹੈ ਉਹ ਬੈਕੁੰਠ ਨੂੰ ਪਹੁੰਚਿਆ ਵੇਖਿਆ ਹੈ। ਉੱਤਮ ਪਦ ਪਾਵਾ, ਬੜੀ ਉੱਤਮ ਪਦਵੀ ਭਾਵ ਸੱਚਖੰਡ ਦਾ ਵਾਸਾ, ਕੇਵਲ ਮੁਕਤੀਆਂ ਵਰਗੀਆਂ ਵੱਡੀਆਂ ਦਾਤਾਂ ਪ੍ਰਾਪਤ ਕੀਤੀਆਂ। ਸਭ ਦੇਖਤ ਵਿਸਮਾਏ ਗਏ, ਇਹ ਕੌਤਕ ਵੇਖ ਕੇ ਸਾਰਿਆਂ ਦੇ ਰੰਗ ਪੀਲੇ ਪੈ ਗਏ। ਸਭ ਵੇਖ ਕੇ ਹੈਰਾਨ ਹੋ ਰਹੇ ਹਨ। ਕਰ ਹਾਹਾਕਾਰਾ, ਤੇ ਸਾਰੇ ਪਾਸੇ ਹਾਹਾਕਾਰ ਮਚ ਗਈ ਵੀ ਆ ਕੀ ਬਣਿਆ ਹੈ। ਵੀ ਕਿਉਂਕਿ ਕਿਸੇ ਨੂੰ ਇੰਨਾ ਇੱਥੋਂ ਤੱਕ ਸੋਚਿਆ ਹੀ ਨਹੀਂ ਕਿਸੇ ਵੀ ਇਹ ਬ੍ਰਾਹਮਣ ਵੀ ਮਹਾਰਾਜ ਦੇ ਘਰ ਵਿੱਚ ਆਹ ਕੰਮ ਕਰ ਸਕਦਾ, ਮਹਾਰਾਜ ਦੇ ਸਾਹਿਬਜ਼ਾਦੇ ਨੂੰ ਜ਼ਹਿਰ ਦੇ ਸਕਦਾ। ਕਿਸੇ ਦੀ ਇੱਥੋਂ ਤੀਕਰ ਸੋਚ ਹੈ ਨਹੀਂ ਸੀ। ਪਰ ਬ੍ਰਾਹਮਣ ਦੀ ਇਹੋ ਜਿਹੀ ਭੈੜੀ ਖੁਟਿਆਈ
ਜ਼ਹਿਰ ਪੀਣ ਕਰਕੇ, ਦਹੀਂ ਪੀਣ ਕਰਕੇ ਕੁੱਤੇ ਦਾ ਮਰਨਾ ਵੇਖ ਕੇ ਸਭ ਪਾਸੇ ਹਾਹਾਕਾਰ ਮਚ ਗਈ ਹੈ। ਹਰ ਗੋਬਿੰਦ ਉਬਰੇ ਤੇ ਭਲੇ। ਸਭ ਨੇ ਜਾਣਿਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ, ਗੁਰੂ ਅਰਜਨ ਦੇਵ ਮਹਾਰਾਜ ਨੇ ਬੜੀ ਰੱਖਿਆ ਕੀਤੀ ਹੈ ਤੇ ਉਧਾਰਾ ਹੋਇਆ, ਕਲਿਆਣ ਹੋਈ ਹੈ। ਜਨ ਸੁਖਦ ਉਦਾਰਾ। ਜਿਹੜੇ ਸਾਰਿਆਂ ਜੀਵਾਂ ਨੂੰ ਸੁਖ ਦੇਣ ਵਾਲੇ, ਦਾਸਾਂ ਨੂੰ ਖੁੱਲਾ ਸੁਖ ਦੇ ਦਾਤੇ ਹਨ ਗੁਰੂ ਹਰਗੋਬਿੰਦ ਸਾਹਿਬ ਜੀ। ਦੋਹਰਾ ਜਾਨ ਖੋਟ ਦਿਜ ਦੁਸ਼ਟ ਕੋ। ਇਧਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਜਾਣਿਆ ਸਾਰਾ ਕੌਤਕ, ਤੇ ਇਹ ਵੀ ਜਾਣ ਲਿਆ ਮਹਾਰਾਜ ਨੇ ਵੀ ਸਾਰੀ ਖੁਟਿਆਈ ਪਾਪ ਇਸ ਬ੍ਰਾਹਮਣ ਦਾ ਕੀਤਾ ਹੈ। ਸ਼੍ਰੀ ਗੁਰ ਸਹਿ ਨਾ ਸਕਾਏ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੀਤਾ ਹੋਇਆ ਪਾਪ ਸਹਿ ਨਹੀਂ ਸਕੇ ਹਨ। ਕ੍ਰੋਧ ਕਰਿਓ ਦੇਖਤ ਤੇ ਭਏ। ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨਾ ਬੜੇ ਰੋਸੇ ਦੇ ਨਾਲ ਇਹਦੇ ਵੱਲ, ਬ੍ਰਾਹਮਣ ਵੱਲ ਵੇਖਿਆ ਹੈ। ਜਬ ਹੈ ਸਵਾਨ ਮ੍ਰਿਤ ਪਾਏ। ਤੇ ਫਿਰ ਮਹਾਰਾਜ ਨੇ ਜਦੋਂ ਕੁੱਤੇ ਵੱਲ ਵੇਖਿਆ ਤੇ ਇਸ ਦੀ ਮੌਤ ਹੋਈ ਪਈ, ਮੂੰਹ ਅੱਡਿਆ ਹੋਇਆ ਕੁੱਤੇ ਦਾ ਵੇਖਿਆ ਹੈ। ਗੋਬਿਤ ਜੈਸੋ ਦੁਖ ਪਾਇਓ ਸਵਾਨ ਦਰੋਜਨ ਮਹਾਨ ਦੇਜ। ਤਾਂ ਮਹਾਰਾਜ ਕਹਿੰਦੇ ਉਹ ਬ੍ਰਾਹਮਣਾ ਪਾਪੀਆ, ਜਿਹੋ ਜਿਹਾ ਦੁੱਖ ਪਾ ਕਰਕੇ ਸਾਡੇ ਘਰ ਦਾ ਕੂਕਰ ਮਰਿਆ ਹੋਇਆ ਹੈ। ਭਇਓ ਪ੍ਰਾਣ ਹਾਨ ਹਬ ਹੀਰਤ ਅਗਾਰੀ ਤੋਹੇ। ਆ ਵੇਖ ਲੈ ਨਾ ਕਿਵੇਂ ਕੁੱਤੇ ਦੇ ਪ੍ਰਾਣ ਨਿਕਲੇ ਤੜਫ ਤੜਫ ਕੇ। ਲੈ ਅਸੀਂ ਤੈਨੂੰ ਦੱਸਦੇ ਹਾਂ, ਇਹ ਬਚਨ ਹੈ ਸਾਡਾ, ਜਿਵੇਂ ਸਾਡੇ ਘਰ ਦਾ ਕੁੱਤਾ ਤੜਫ ਤੜਫ ਕੇ ਤੇਰੇ ਜ਼ਹਿਰ ਨਾਲ ਮਰਿਆ ਹੈ। ਤੈਸੇ ਪਾਏ ਸੰਕਟ ਵਿਸ਼ਾਲ ਤਾਤ ਕਾਲ ਫਲ। ਇਸੇ ਤਰ੍ਹਾਂ ਕੀਤੇ ਹੋਏ ਪਾਪ ਦਾ ਫਲ ਤੈਨੂੰ ਇੰਨਾ ਸੰਕਟ, ਜਿੰਨਾ ਕੁੱਤਾ ਤੜਫ ਕੇ ਮਰਿਆ ਨਾ ਕੂਕਰ, ਇਸ ਤੋਂ ਵੱਧ ਤੜਫ ਤੜਫ ਕੇ ਮਰੇਗਾ। ਇਹ ਫਲ ਤੈਨੂੰ ਤੇਰੀ ਕਰਨੀ ਦਾ ਮਿਲੇਗਾ। ਮੂਰਖ ਅਜਾਨ ਜਾਣ ਤੇਰੋ ਨਾ ਤਨ ਨਾਸ਼ ਹੋਏ। ਮਹਾਰਾਜ ਕਹਿੰਦੇ ਤੈਨੂੰ ਜਾਣਿਆ ਸੀ, ਤੂੰ ਤਾਂ ਮੂਰਖ ਹੈ ਸਿਰੇ ਦਾ। ਤੇ ਅਜਾਣ ਭਾਵ ਜਿਹੜਾ ਅਣਜਾਣ ਇਆਣਾ ਹੈ, ਤੂੰ ਨਹੀਂ ਜਾਣਿਆ। ਇਹ ਵੀ ਗੱਲ ਸਾਡੀ ਹੁਣ ਜਾਣ ਲੈ। ਅਜਾਣ ਤੇ ਮੂਰਖ ਬ੍ਰਾਹਮਣ, ਪਾਪੀ ਬ੍ਰਾਹਮਣ, ਤੇਰਾ ਸਰੀਰ ਹੁਣੇ ਹੀ ਨਾਸ ਹੋਵੇਗਾ, ਬੜਾ ਤਤਕਾਲ ਛੇਤੀ ਹੀ। ਐਸੇ ਗੁਰ ਬੈਨ ਪਨੇ ਸੁਣੇ ਸ਼ਰਾਵਣ ਮੂੜ ਵਿਪਰ। ਤੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬਚਨ ਕੀਤੇ ਨਾ ਸ਼ਰਾਪ ਦੇ, ਵੀ ਤੇਰੀ ਵੀ ਇਹੀ ਹਾਲਤ ਹੋਵੇਗੀ ਇਸ ਕੂਕਰ ਵਾਲੀ। ਬ੍ਰਾਹਮਣ ਮੂਰਖ ਨੇ ਜਦੋਂ ਮਹਾਰਾਜ ਦੇ ਬਚਨ ਕੰਨੀ ਸੁਣੇ, ਉੱਠੇ ਸੂਲ ਤੇ ਹੀ ਛੇ ਨ ਗਿਰਿਓ ਤਾਰ ਪਇਓ ਮੋਹੇ। ਤੇ ਬਚਨ ਵੀ ਸਾਧ ਸੰਗਤ ਜੀ ਪੂਰੇ ਕਾ ਕੀਆ, ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀ। ਤੇ ਗਰੀਬ ਨਵਾਜ ਦੇ ਬਚਨ ਮੂੰਹ ਚੋਂ ਅਜੇ ਖਤਮ ਹੀ ਹੋਇਆ, ਇੱਕੋ ਵਾਰੀ ਪੇਟ ਵਿੱਚ ਇਹੋ ਜੀ ਪੀੜ ਛਿਟੀ, ਇਹ ਬ੍ਰਾਹਮਣ ਮੂਧੜੇ ਮੂੰਹ ਧਰਤੀ ਤੇ ਡਿੱਗ ਪਿਆ ਹੈ। ਲੇਟਤ ਕਰਤ ਹਾਏ ਹਾਏ ਨਾ ਸਹਾਏ। ਤੇ ਹਾਏ ਹਾਏ ਕਰਦਾ ਹੈ, ਮਰ ਗਿਆ ਹੈ, ਮਹਾਰਾਜ ਮੈਨੂੰ ਬਚਾ ਲਓ, ਮਹਾਰਾਜ ਮੇਰਾ ਹੋਰ ਕੋਈ ਰੱਖਣ ਵਾਲਾ ਨਹੀਂ। ਧਰਤੀ ਤੇ ਲੇਟਦਾ, ਅੱਡੀਆਂ ਜਿਹੜਾ ਰਗੜਦਾ ਹੈ, ਬਹੁਤ ਬੁਰੀ ਹਾਲਤ ਹੁੰਦੀ ਹੈ। ਹਿਰਦੇ ਵਿੱਚੋਂ ਪੀੜਾਂ ਨਿਕਲਦੀਆਂ ਹਨ ਤੇ ਚੀਕਾਂ ਕੂਕਾਂ ਮਾਰਦਾ, ਦੁਖੀ ਹੁੰਦਾ ਹੈ, ਰੋਂਦਾ ਹੈ, ਵਿਆਕੁਲ ਹੁੰਦਾ ਹੈ। ਅਬ ਪਰਿਵਾਰ ਰਾਏ ਦੁਖ ਪਾਏ ਜੋ ਤਰਤ ਦਰੋਹੇ। ਤੇ ਮਨ ਵਿੱਚ ਆਂਦਾ ਮਹਾਰਾਜ ਮੈਂ ਜਾਣ ਲਿਆ ਸੱਚੇ ਪਾਤਸ਼ਾਹ ਜੀ ਕਿ ਮੈਂ ਹੁਣ ਦੁੱਖ ਪ੍ਰਾਪਤ ਹੋਵੇਗਾ ਮੈਨੂੰ। ਮਹਾਰਾਜ ਜਿਹੜਾ ਦਰੋਹ ਕੀਤਾ ਸੀ ਨਾ ਮੈਂ, ਧੋਖਾ, ਉਹਦਾ ਦੁੱਖ ਮੈਨੂੰ ਪ੍ਰਾਪਤ ਹੋ ਰਿਹਾ ਹੈ। ਇਹ ਮੈਂ ਬਹੁਤ ਅਰੜਾਰ, ਜਾਂ ਕਵੀ ਜੀ ਕਹਿੰਦੇ ਆ, ਉਹ ਕੀਤੇ ਹੋਏ ਧੋਖੇ ਦਾ ਨੂੰ ਫਲ ਮਿਲਿਆ। ਧਰਤੀ ਤੇ ਸਾਰੀ ਸੰਗਤ ਦੇ ਸਾਹਮਣੇ ਪੈਰ ਮਲਦਾ, ਅੱਡੀਆਂ ਧੂੰਦਾ ਤੇ ਹੱਥ ਜੇ ਅਕੜਾਉਂਦਾ, ਕਦੇ ਛਾਤੀ ਤੇ ਮਾਰਦਾ, ਹਾਏ ਹਾਏ ਦੀਆਂ ਆਵਾਜ਼ਾਂ ਕਰ ਰਿਹਾ ਹੈ। ਏਕ ਘਟੀ ਸੂਲ ਪਇਓ ਸੰਕਟ ਵਿਸ਼ਾਲ ਦਇਓ। ਤੋ ਕਵੀ ਜੀ ਕਹਿੰਦੇ ਇੱਕ ਘੜੀ ਸਾਧ ਸੰਗਤ ਦੀ 24 ਮਿੰਟ ਦੀ ਹੁੰਦੀ ਹੈ। 24 ਮਿੰਟ ਫਿਰ ਬ੍ਰਾਹਮਣ ਕੋਈ ਤੜਫਿਆ ਉੱਥੇ ਧਰਤੀ ਤੇ, ਹਾਏ ਹਾਏ ਦੀ ਆਵਾਜ਼ ਕਰਦਾ, ਬਹੁਤ ਭਾਰੀ ਇਹਨੂੰ ਸੰਕਟ ਹੋਇਆ ਹੈ। ਫੇਰ ਮਰ ਗਇਓ ਹੱਥ ਪੈਨ ਪਸਾਰ ਕਰ। ਹੱਥ ਪੈਰ ਦੇ ਖੁੱਲੇ ਰਹਿ ਗਏ, ਮੂੰਹ ਅੱਡਿਆ ਰਹਿ ਗਿਆ ਤੇ ਬਹੁਤ ਭੈੜੇ ਕੁੱਤੇ ਦੀ ਮੌਤ ਇਹ ਬ੍ਰਾਹਮਣ ਮਰਿਆ ਹੈ। ਮਰੇ ਦੋ ਹੇਰ ਕਰ ਬਿਸਮੇ ਬਡੇਰ ਸਭ ਹੈਰਾਨ ਰਹਿ ਗਏ। ਇੱਕ ਪਾਸੇ ਕੁੱਤਾ ਮਰਿਆ ਪਿਆ ਗੁਰੂ ਘਰ ਦਾ ਸੁਆਣ, ਤੇ ਦੂਜੇ ਪਾਸੇ ਨਾਲ ਹੀ ਇਹ ਬ੍ਰਾਹਮਣ ਵੀ ਜਿਹੜਾ ਵਾ ਚੜ੍ਹਾਈ ਕੀਤਾ ਹੋਇਆ ਹੈ। ਕਹਿ ਬਾਕ ਪ੍ਰਭੂ ਨੇ ਬਚਾਇਓ ਹਿਤ ਤਾਰ ਕਰ। ਸਭ ਸੰਗਤਾਂ ਕਹਿੰਦੀਆਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਰਮੇਸ਼ਰ ਅਕਾਲ ਪੁਰਖ ਨੇ ਆਪ ਪ੍ਰੇਮ ਧਾਰ ਕੇ ਬਚਾਇਆ ਹੈ। ਪਾਪੀਏ ਨ ਕੀਨ ਕਾਹ ਠਾਨ ਕੈ ਕਪਟ ਮਹਾ। ਇਹ ਪਾਪੀ ਨੇ ਕੀ ਕੀਤਾ ਹੈ?
ਬਹੁਤ ਵੱਡਾ ਕਪਟ ਠਾਨਿਆ ਗੁਰੂ ਘਰ ਦੀਆਂ ਟੁਕੜਿਆਂ ਤੇ ਪਲਦਾ ਸੀ। ਮਹਾਰਾਜ ਦੇ ਘਰੋਂ ਖਾਂਦਾ ਪੀਂਦਾ, ਸਤਿਗੁਰਾਂ ਦੇ ਘਰ ਦਾ ਲੂਣ ਖਾ ਕੇ ਇਹਨੇ ਹਰਾਮ ਕੀਤਾ ਹੈ। ਵੇਖ ਕੋ ਪਿਲਾਏ ਰਹਾ ਪਿਓ ਨਾ ਪੁਕਾਰ ਕਰ। ਤੇ ਹਰਗੋਬਿੰਦ ਸਾਹਿਬ ਪੀਂਦੇ ਨਹੀਂ ਸੀ ਜ਼ਹਿਰ ਵਾਲਾ ਦਹੀਂ, ਇਹ ਜਾਣ ਕੇ ਧੱਕੇ ਨਾਲ ਪਿਲਾਉਂਦਾ ਸੀ, ਜਿਸ ਲਈ ਜਾਣਗੇ ਸਾਰੇ ਵੀ ਤਾਂ ਹੀ ਹਰਗੋਬਿੰਦ ਸਾਹਿਬ ਸਵੇਰ ਦੇ ਰੋ ਰਹੇ ਸਨ। ਅੰਸ ਜਗਦੀਸ਼ ਕੀ ਸਰੀਰ ਤਰਿਓ ਆਏ ਕਰ। ਤੇ ਜਾਣਿਆ ਵੀ ਹਰਗੋਬਿੰਦ ਸਾਹਿਬ ਕੋਈ ਸਧਾਰਨ ਨਹੀਂ, ਪਰਮੇਸ਼ਰ ਨੇ ਸਰੂਪ ਧਾਰਿਆ ਹੋਇਆ। ਸਭ ਜਾਣਦੇ ਸੀ ਬ੍ਰਾਹਮਣ ਦੀ ਖੁਟਿਆਈ ਨੂੰ ਵੀ ਸਾਨੂੰ ਜ਼ਹਿਰ ਦੇ ਰਹੇ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਤਾਂ ਪਰਮੇਸ਼ਰ ਦੀ ਅੰਸ਼ ਹਨ, ਉਹ ਪਰਮੇਸ਼ਰ ਦਾ ਅਵਤਾਰ ਹਨ। ਨੰਦਨ ਤੁਮਾਰੋ ਕਰਾਮਾਤ ਕੋ ਉਦਾਰ ਕਰ। ਤੇ ਆਖਿਆ, ਹੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਸੰਗਤ ਕਹਿੰਦੀ ਸੱਚੇ ਪਾਤਸ਼ਾਹ ਜੀ ਤੁਹਾਡੇ ਸਾਹਿਬਜ਼ਾਦੇ ਬੜੀ ਵੱਡੀ ਕਰਾਮਾਤ ਵਾਲੇ ਹਨ। ਜਿਵੇਂ ਤੁਹਾਡੇ ਵਿੱਚ ਕਰਾਮਾਤ ਡਾਢੀ ਹੈ, ਤੁਹਾਡੇ ਸਾਹਿਬਜ਼ਾਦੇ ਵਿੱਚ ਵੀ ਕਰਾਮਾਤ ਬਹੁਤੀ ਹੈ। ਆਪ ਅਵਤਾਰ ਤੁਮ ਸਮਝਾਇਓ ਆਤਮਜ। ਮਹਾਰਾਜ ਤੁਸੀਂ ਆਪ ਪਰਮੇਸ਼ਰ ਦਾ ਅਵਤਾਰ ਹੋ, ਤੇ ਤੁਹਾਡੇ ਘਰੇ ਸਾਹਿਬਜ਼ਾਦਾ ਵੀ ਤੁਹਾਡੇ ਵਰਗੇ ਹੀ ਪੈਦਾ ਹੋਇਆ, ਇਹ ਵੀ ਪੂਰਨ ਅਵਤਾਰ ਹਨ। ਅਪਰ ਜੇ ਹੋ ਤੁਮਾਰੋ ਦੇ ਤੋ ਨਾ ਬਚਤ ਹੈ। ਮਹਾਰਾਜ ਜੇ ਕੋਈ ਹੋਰ ਹੁੰਦਾ ਨਾ ਤੇ ਬ੍ਰਾਹਮਣ ਨੇ ਛੱਡਣਾ ਨਹੀਂ ਸੀ। ਤਾਂ 5 ਵਰੇ ਦੇ ਬਾਲਕ ਦੀ ਮਹਾਰਾਜ ਕੀ ਜ਼ੋਰ ਬਲ ਹੁੰਦਾ ਹੈ। ਇਹ ਤਾਂ ਮਹਾਰਾਜ ਤੁਹਾਡੇ ਵਰਗੇ ਹੈ, ਤੁਹਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ। ਜੇ ਕੋਈ ਹੋਰ ਹੁੰਦਾ ਤੇ ਹੋਰ ਬੱਚਾ ਬ੍ਰਾਹਮਣ ਨੇ ਨਹੀਂ ਸੀ ਛੱਡਣਾ, ਮਾਰ ਦੇਣਾ ਸੀ। ਇਹ ਤਾਂ ਤਕੜੇ ਹਨ ਤੇ ਪਰਮੇਸ਼ਰ ਦਾ ਸਰੂਪ ਹਨ, ਜਾਨੀ ਜਾਣ ਹਨ, ਤਾਂ ਹੀ ਬਚੇ ਰਹੇ ਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਕਿਉਂਕਿ ਪਰਮੇਸ਼ਰ ਸਭ ਤੋਂ ਵੱਡਾ ਹੈ। ਲੈ ਗਇਓ ਇਕਾਕੀ ਵੇਖ ਪਾਏ ਕੈਦ ਦੀ ਕੋ ਮੂੜ। ਜਿਵੇਂ ਨੇ ਤਾਂ ਬ੍ਰਾਹਮਣ ਲੈ ਗਿਆ ਸੀ ਨਾ ਕੱਲਿਆਂ ਨੂੰ, ਤੇ 5 ਕੁ ਸਾਲ ਤਾਂ ਉਮਰ ਆ ਮਹਾਰਾਜ, ਮਸਾਂ ਇਹਨਾਂ ਦੀ ਧੱਕੇ ਨਾਲ ਦਹੀਂ ਛਕਾ ਦੇਣਾ ਸੀ ਇਸ ਬ੍ਰਾਹਮਣ ਮੂਰਖ ਨੇ। ਭੋਜ ਤੇ ਪਿਲਾਏ ਰਹਿਓ ਕਿਉਂ ਨਾ ਚਤ ਹੈ। ਪਰ ਵੇਖ ਲੋ, ਅਸੀਂ ਵੀ ਸੋਚਦੇ ਸੀ ਵੀ ਖਰੇ ਕਿਉਂ ਹਰਗੋਬਿੰਦ ਸਾਹਿਬ ਜੀ ਦਹੀਂ ਨਹੀਂ ਛਕ ਰਹੇ, ਬ੍ਰਾਹਮਣ ਬੜੇ ਜ਼ੋਰ ਨਾਲ ਛਕਾਉਂਦਾ ਰਿਹਾ ਸੀ। ਸ਼੍ਰੀ ਹਰਗੋਬਿੰਦ ਕੀਨ ਜਤਨ ਬਿਲੰਦ ਆਪ। ਇਹ ਸੱਚੇ ਪਾਤਸ਼ਾਹ ਜੀ ਤੁਹਾਡੇ ਸਾਹਿਬਜ਼ਾਦਿਆਂ ਨੇ ਬੜਾ ਯਤਨ ਕੀਤਾ, ਆਪ ਹੀ ਆਪਦੀ ਰੱਖਿਆ ਆਪਣ ਹੱਥੀ, ਆਪਣਾ ਆਪੇ ਹੀ ਕਾਜ ਸਵਾਰੀ ਵਾਲੀ ਗੱਲ ਹੈ। ਮਹਾਰਾਜ ਆਪ ਹੀ ਤੁਹਾਡੇ ਸਾਹਿਬਜ਼ਾਦੇ ਡਟੇ ਰਹੇ, ਇਸ ਬ੍ਰਾਹਮਣ ਨੇ ਕੋਈ ਕਸਰ ਨਹੀਂ ਛੱਡੀ ਹੈ ਸੀ। ਮਾਰਿਓ ਮਹਾ ਪਾਪੀ ਪਾਪ ਪਾਵਕ ਤਜਤ ਹੈ। ਤੇ ਮਹਾਰਾਜਾ ਮਹਾਨ ਪਾਪੀ ਬ੍ਰਾਹਮਣ ਵੀ ਉਸੇ ਜ਼ਹਿਰ ਦੀ ਵਾਂਗੂ ਪੀੜ ਸੂਲ ਦੇ ਨਾਲ ਮਰਿਆ ਪਿਆ। ਆ ਤੁਸੀਂ ਮਹਾਰਾਜ ਪਾਪ ਦੀ ਅੱਗ ਦੇ ਵਿੱਚ ਇਸ ਪਾਪੀ ਨੂੰ ਸਾੜ ਦਿੱਤਾ ਹੈ। ਆਜ ਵੀ ਜਨਮ ਨਇਓ ਪਇਓ ਵੱਡੇ ਭਾਗ ਜੋਤ। ਤੇ ਉਸੇ ਪਾਪ ਦੀ ਅੱਗ ਵਿੱਚ ਹੀ ਇਹ ਤਪਦਾ ਪਿਆ ਬ੍ਰਾਹਮਣ। ਤੇ ਸਤਿਗੁਰੂ ਜੀ ਆਜ ਵੀ ਜਨਮ ਨਇਓ ਭਇਓ ਵੱਡੇ ਭਾਗ ਜੁਤ। ਜਾਣੀਏ ਸੱਚੇ ਪਾਤਸ਼ਾਹ ਜੀ, ਅਸੀਂ ਜਾਣਦੇ ਹਾਂ ਵੀ ਹਰਗੋਬਿੰਦ ਸਾਹਿਬ ਨੇ ਅੱਜ ਫੇਰ ਇੱਕ ਵਾਰੀ ਨਵਾਂ ਅਵਤਾਰ ਧਾਰਿਆ ਹੈ, ਵੱਡੇ ਭਾਗਾਂ ਤੇ ਬਲ ਦੇ ਸਹਿਤ। ਉਹ ਘਰਿਓ ਕਪਟ ਕੈਸੇ ਮੂੜ ਤੇ ਪਚਤ ਹੈ। ਮਹਾਰਾਜ ਮੂਰਖ ਬ੍ਰਾਹਮਣ ਤੋਂ ਬਚੇ ਹੈ। ਤੇ ਕਿਵੇਂ ਵੇਖੋ, ਇਸ ਬ੍ਰਾਹਮਣ ਦਾ ਪਰਦਾ ਉਗੜ ਕੇ ਸਭ ਸਾਹਮਣੇ ਆ ਗਿਆ ਹੈ, ਕਪਟ ਲੁਕ ਨਹੀਂ ਸਕਿਆ ਹੈ। ਕੀਨ ਕਿਉ ਕੋ ਕਰਮ ਅਧਰਮੀ ਪਰਮ ਕਰ ਕੌਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਇਹ ਨਹੀਂ ਸਮਝ ਆਉਂਦੀ ਵੀ ਇਹ ਪਾਪੀ ਬ੍ਰਾਹਮਣ ਕਿਸੇ ਦੇ ਕਹਿਣ ਤੇ ਤਾਂ ਮਹਾਰਾਜ ਇੱਥੇ ਹੁਣ ਸਿੱਖਾਂ ਨੂੰ ਸ਼ੰਕਾ ਹੈ ਨਾ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਮਾਰੇ ਦਾ ਬ੍ਰਾਹਮਣ ਨੂੰ ਕੀ ਫਾਇਦਾ। ਸਾਰੇ ਸਿੱਖ ਸੋਚਦੇ ਮਹਾਰਾਜ ਇਹ ਹੁਣ ਸਵਾਲ ਇਹ ਹੈ ਵੀ ਸਤਿਗੁਰੂ ਜੀ ਇਹ ਬ੍ਰਾਹਮਣ ਨੇ ਕੀਤਾ ਕਿਉਂ ਆ, ਇਹ ਭੈੜਾ ਕੰਮ ਅਧਰਮੀਆਂ ਵਾਲਾ, ਕੀ ਲੋੜ ਪਈ ਇਸ ਬ੍ਰਾਹਮਣ ਨੂੰ ਕਰਨੇ ਦੀ। ਕੌਨੇ ਸਿੱਖ ਲਾਇਓ ਬੇਖੁਦਾ ਕੈਸੇ ਸੁਮਾਰਨੋ। ਕਿ ਮਹਾਰਾਜ ਕਿਸੇ ਨੇ ਸਿਖਾਇਆ ਹੋਇਆ ਇਹਨੂੰ ਵੀ ਇਹ ਤੁਹਾਡੇ ਸਾਹਿਬਜ਼ਾਦੇ ਨੂੰ ਜ਼ਹਿਰ ਦੇ ਕੇ, ਕਿਉਂਕਿ ਸੰਗਤਾਂ ਕਿਹੜਾ ਭੁੱਲ ਥੋੜਾ ਸੀ ਕਿਸੇ ਨੂੰ ਪ੍ਰਿਥੀ ਚੰਦ ਦੀ। ਸੰਗਤਾਂ ਕਹਿੰਦੀਆਂ ਮਹਾਰਾਜ ਵੀ ਇਹ ਬ੍ਰਾਹਮਣ ਨੂੰ ਕੀ ਫਾਇਦਾ ਤੁਹਾਡੇ ਸਾਹਿਬਜ਼ਾਦੇ ਮਾਰਨ ਦਾ, ਇੱਥੋਂ ਰੋਟੀ ਟੁੱਕ ਚੱਲਦਾ ਉਹਦਾ। ਐਡਾ ਮੂਰਖ ਨਹੀਂ ਹੋ ਸਕਦਾ ਬ੍ਰਾਹਮਣ, ਤੇ ਐਡਾ ਅਧਰਮ ਕੀਤਾ ਇਹਨੇ ਕਿ ਇਉਂ ਪ੍ਰਤੀਤ ਹੁੰਦਾ ਮਹਾਰਾਜ ਵੀ ਕਿਸੇ ਨੇ ਸਿਖਾਲਿਆ ਹੋਵੇ ਬ੍ਰਾਹਮਣ ਨੂੰ ਵੀ ਤੁਹਾਡਾ ਸਾਹਿਬਜ਼ਾਦਾ ਮਾਰਿਆ ਜਾਵੇ। ਮਹਾਂਦੁਰ ਬੁੱਧੀ ਨਹੀਂ ਪਾਪ ਕੀ ਪਛਾਣ ਕਰੀ। ਇਹ ਕਿੱਡਾ ਮੂਰਖ ਹੈ ਵੀ ਜੇ ਕਿਸੇ ਨੇ ਇਹਨੂੰ ਲਾਲਚ ਦੇ ਕੇ ਭੇਜ ਵੀ ਦਿੱਤਾ, ਇਹ ਪੰਡਤ ਬ੍ਰਾਹਮਣ ਹੋ ਕਰਕੇ ਕਿੱਡਾ ਭੈੜੀ ਬੁੱਧ ਵਾਲਾ ਨਿਕਲਿਆ। ਪਾਪ ਪੁੰਨ ਦੀ ਪਛਾਣ ਹੀ ਨਹੀਂ ਕੀਤੀ ਗਈ ਇਸ ਪਾਸੋਂ। ਦੇਜ ਕੋ ਜਨਮ ਪੈ ਚੰਡਾਰ ਕ੍ਰਿਤ ਕਾਰਨੋ। ਤੇ ਸੰਗਤ ਕਹਿੰਦੀ ਮਹਾਰਾਜ ਜਨਮ ਇਹਦਾ ਬ੍ਰਾਹਮਣ ਦੇ ਘਰ ਦਾ ਹੈ,
ਤੇ ਕੰਮ ਇਹਦੇ ਚੰਡਾਲਾਂ ਵਾਲੇ ਪ੍ਰੇਤਾਂ ਵਾਲੇ ਹਨ। ਜੈਸੇ ਕਾਜ ਕਰਿਓ ਤੈਸੇ ਪਾਇਓ ਹੈ ਬਿਲੰਬ ਬਿਨ। ਬਾਕੀ ਜਿਹੋ ਜਿਹਾ ਨਾ ਇਹਨੇ ਕੰਮ ਕੀਤਾ ਸੀ, ਦੇਰੀ ਤੋਂ ਬਿਨਾਂ ਹੀ ਮਹਾਰਾਜ ਤੁਸੀਂ ਉਹਦਾ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਉਹ ਜਿਹੋ ਜਿਹਾ ਕੰਮ ਇਹਨੇ ਕੀਤਾ ਨਾ ਉਹੋ ਜਿਹਾ ਫਲ ਇਹਨੂੰ ਨਾਲ ਹੀ ਮਿਲ ਗਿਆ ਹੈ। ਮੂਰਖ ਮਹਾਨ ਕੀਨ ਕਾਹੂ ਨੇ ਸਿਖਾਰਨੋ। ਪਰ ਮਹਾਰਾਜ ਇਹ ਸਵਾਲ ਪੈਦਾ ਹੁੰਦਾ ਵੀ ਇਹ ਮਹਾਨ ਮੂਰਖ ਨੇ ਜਿਹੜਾ ਕੰਮ ਕੀਤਾ ਜ਼ਹਿਰ ਦੇਣ ਵਾਲਾ, ਸਾਨੂੰ ਤੇ ਇਉਂ ਲੱਗਦਾ ਮਹਾਰਾਜ ਕਿਸੇ ਨੇ ਸਿਖਾਇਆ ਹੋਇਆ ਹੈ, ਕਿਸੇ ਦਾ ਸਿਖਾਇਆ ਇੱਥੇ ਭੇਜਿਆ ਹੋਇਆ ਹੈ। ਭਰਿਓ ਹੈ ਕਰੂਪ ਹੇਰ ਸ਼੍ਰੀ ਗੁਰੂ ਜੀ ਤੀਸੀ। ਹਾਂ, ਧੰਨ ਗੁਰੂ ਜੀ ਤੇ ਵਿਸ਼ਰਾਮ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਵੇਖਿਆ ਜਦੋਂ ਇਹ ਬ੍ਰਾਹਮਣ ਨੂੰ ਧਰਤੀ ਤੇ ਮਰਿਆ ਹੋਇਆ ਭੈੜੇ ਜੇ ਸਰੀਰ, ਕਿਉਂਕਿ ਕਾਲਾ ਹੋ ਗਿਆ ਨਾ ਅਸੂਲ ਉੱਠ ਕੇ, ਤੋ ਭੈੜੇ ਜੇ ਸਰੂਪ ਵਾਲੇ ਨੂੰ ਮਹਾਰਾਜ ਨੇ ਵੇਖਿਆ ਜਦ ਬੇਰ ਸ਼ਬਦ ਬਣਾਇਓ ਫਿਰ ਕੀਨਸ ਉਚਾਰਨੋ। ਉਹ ਸਮੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਫਿਰ ਸ਼ਬਦ ਬਣਾਇਆ ਤੇ ਤੁਰੋਂ ਇਹ ਸ਼ਬਦ ਗੁਰਬਾਣੀ ਆਈ ਤੇ ਮਹਾਰਾਜ ਨੇ ਸ਼ਬਦ ਉਚਾਰਿਆ। ਉਹਦੀ ਵਿਚਾਰ ਆਪਾਂ ਕੱਲ ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬਾਹਮਣ ਮੂਆ ਹੋਏ ਕੈ ਸੂਲ। ਭੈਰਵ ਰਾਗ ਅੰਦਰ ਮਹਾਰਾਜ ਨੇ ਸ਼ਬਦ ਉਚਾਰਿਆ। ਇਹਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ, ਹੁਣ ਸਮਾਂ ਹੋਇਆ। ਫਿਰ ਮਹਾਰਾਜ ਨੇ ਇੱਕ ਵਾਰੀ ਫਿਰ ਬ੍ਰਾਹਮਣ ਨੂੰ ਜਿਉਂਦਾ ਕੀਤਾ, ਫਿਰ ਬੋਲ ਕੇ ਦੱਸਿਆ ਸੀ ਇਹਨੇ ਸਾਰੀ ਗੱਲ ਵੀ ਮੈਂ ਕਿਸ ਕਾਰਨ ਇੱਥੇ ਆਇਆ ਹਾਂ। ਤੋ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ। ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਮਤ ਬਖਸ਼ਿਸ਼ ਕਰਨ, ਭਲੇ ਬੁਰੇ ਦੀ ਪਛਾਣ ਰਹੇ। ਸਤਿਗੁਰੂ ਅੱਗੇ ਅਰਦਾਸ ਰਹੇ ਮਹਾਰਾਜ ਸਾਨੂੰ ਸਭ ਨੂੰ ਦਇਆ ਕਰੀ। ਗੁਰੂ ਗਰੀਬ ਨਿਵਾਜ ਆਪ ਹੀ ਮਹਾਰਾਜ ਮਾਰਗ ਦਰਸ਼ਨ ਕਰਨ ਵਾਲੇ ਹੋ ਤੇ ਲਾਲਚ ਲੋਭ ਤੋਂ ਬਚਾ ਕਰਕੇ ਸਦਾ ਹੀ ਮਹਾਰਾਜ ਆਪਣੇ ਚਰਨਾਂ ਦੀ ਸਨਮੁਖਤਾਈ ਬਖਸ਼ਿਸ਼ ਕਰਨੀ, ਬੇਮੁਖਤਾਈ ਤੋਂ ਬਚਾਉਣਾ, ਹੋਈਆਂ ਭੁੱਲਾਂ ਦੀ ਖਿਮਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜੈਸੇ ਕਾਜ ਕਰਿਓ ਤੈਸੇ ਪਾਇਓ ਹੈ ਬਿਲੰਬ ਬਿਨ। ਮੂਰਖ ਮਹਾਨ ਕੀਨ ਕਾਹੂ ਨੇ ਸਿਖਾਰਨੋ। ਭਰਿਓ ਹੈ ਕਰੂਪ ਹੇਰ ਸ਼੍ਰੀ ਗੁਰੂ ਜੀ ਤਿਸੀ। ਬੇਰ ਸ਼ਬਦ ਬਨਾਇਓ ਫਿਰ ਕੀਨਸ ਉਚਾਰਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।